Latur, New Jersey, Harneek Singh Pabler, Anton Washington, H&M Oil, Ontario, Harjeet Singh Lathrop, Gurmail Singh, Balbir Basi, L Group, Shamsher Singh Tillo, New York, Garewal Travel Services, Yuba City, Tax, Payroll, Visa, OCI card, Passport ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਹੈ ਤਾਂ ਕਾਲ ਕਰੋ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਤੇ ਦੋਨਾਂ ਦੀ ਜਿਹੜੀ ਡਿਬੇਟ ਕੱਲ ਨੂੰ ਹੋਣ ਜਾ ਰਹੀ ਹੈਗੀ ਆ, ਪ੍ਰੈਜ਼ੀਡੈਂਸ਼ੀਅਲ ਡਿਬੇਟ ਆਫ 2024। ਸੋ ਪਹਿਲਾਂ ਕਾਫੀ ਪੁਆਇੰਟਸ ਦੇ ਉੱਤੇ ਦੋਨਾਂ ਦੇ ਵਿੱਚ ਐਗਰੀਮੈਂਟ ਨਹੀਂ ਹੋ ਸਕਿਆ ਸੀ, ਪਰ ਫਾਈਨਲੀ ਹੁਣ ਇਹ ਜਿਹੜੀ ਡਿਬੇਟ ਆ ਕੱਲ ਨੂੰ ਹੋਣ ਜਾ ਰਹੀ ਹੈਗੀ ਆ। ਜੁਲਾਈ 21 ਨੂੰ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੇ ਅਨਾਉਂਸ ਕਰ ਦਿੱਤਾ ਸੀ ਵੀ ਉਹ ਜਿਹੜੀ ਆ ਡਿਬੇਟ ਦੇ ਵਿੱਚ ਕੀ ਰੂਲ ਹੋਣਗੇ। ਬਾਅਦ ਦੇ ਵਿੱਚ ਉਹ ਕੁਇਟ ਕਰ ਗਏ ਤੇ ਮੁੜ ਕੇ ਹੁਣ ਡਿਬੇਟ ਜਿਹੜੀ ਆ ਕਮਲਾ ਹੈਰਿਸ ਤੇ ਟਰੰਪ ਉਹਨਾਂ ਦੇ ਵਿਚਕਾਰ ਹੋਊਗੀ, ਜੋ ਇਹ 9 ਵਜੇ ਈਸਟਰਨ ਟਾਈਮ, ਸਾਡਾ ਕੈਲੀਫੋਰਨੀਆ ਦਾ 6 ਵਜੇ ਦਾ ਹੋਣਾ ਆ, ਸਤੰਬਰ 10 ਨੂੰ ਪੈਂਸਲਵੇਨੀਆ ਦੇ ਵਿੱਚ ਹੋਣ ਜਾ ਰਹੀ ਆ। ਪੈਂਸਲਵੇਨੀਆ ਇੱਕ ਬੈਟਲ ਗਰਾਊਂਡ ਸਟੇਟ ਹੈਗੀ ਆ, ਕਦੇ ਰਿਪਬਲਿਕਨ ਹੋ ਜਾਂਦੀ ਆ, ਕਦੇ ਡੈਮੋਕ੍ਰੇਟ ਹੋ ਜਾਂਦੀ ਆ। ਤੇ ਲਾਸਟ ਡਿਬੇਟ ਜਿਹੜੀ ਪ੍ਰੈਜ਼ੀਡੈਂਟ ਬਾਈਡਨ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਵਿਚਕਾਰ ਹੋਈ ਸੀ, ਉਹ ਜਾਰਜੀਆ ਦੇ ਵਿੱਚ ਹੋਈ ਸੀਗੀ, CNN ਦੇ ਸਟੂਡੀਓ ਦੇ ਵਿੱਚ। ਸੋ ਹੁਣ ਰੂਲ ਵੀ ਸੈਟਅਪ ਕੀਤੇ ਗਏ ਹੈਗੇ ਆ, ਕਿਹੜੇ ਟਾਈਮ ਦੇ ਉੱਤੇ ਮਿਊਟ ਕਰਨਾ ਆ ਮਾਈਕ ਨੂੰ, ਕਿਹੜੇ ਤੇ ਨਹੀਂ ਕਰਨਾ ਹੈਗਾ। ਸੋ ਰੈਡੀ ਟੂ ਗੋ ਆ। ਕੱਲ ਨੂੰ ਆਪਾਂ ਫਿਰ ਦੇਖਾਂਗੇ ਵੀ ਕਿਹੜੇ ਜਿਹੜੇ ਟੌਪਿਕਸ ਆ, ਕਿਹਨਾਂ ਦੇ ਉੱਤੇ ਕਮਲਾ ਹੈਰਿਸ ਉਹਨਾਂ ਦਾ ਕੀ ਸਟੈਂਡ ਹੈਗਾ ਆ, ਟਰੰਪ ਉਹਨਾਂ ਦਾ ਕੀ ਸਟੈਂਡ ਹੈਗਾ ਆ। ਸੋ ਕੱਲ ਨੂੰ ਕਾਫੀ ਕੁਝ ਜਿਹੜਾ ਆ ਉਹ ਕਲੀਅਰ ਹੋਊਗਾ। 90 ਮਿੰਟਾਂ ਦੀ ਇਹ ਜਿਹੜੀ ਡਿਬੇਟ ਆ, ਇਹਦੇ ਦੌਰਾਨ 2 ਕਮਰਸ਼ੀਅਲ ਬ੍ਰੇਕਸ ਹੋਣਗੇ। ਨਿਊਯਾਰਕ ਟਾਈਮਸ ਦੀ ਨਵੀਂ ਆਈ ਪੋਲ, ਸਿਆਨਾ ਕਾਲਜ ਦੀ ਨਵੀਂ ਆਈ ਪੋਲ ਦੇ ਵਿੱਚ, ਨਵੇਂ ਸਰਵੇ 'ਚ, ਜੋ ਕਿ 3 ਤੋਂ 6 ਸਤੰਬਰ ਦੇ ਦਰਮਿਆਨ ਹੋਈ ਆ, ਟਰੰਪ ਹੁਣੀ ਲੀਡ ਕਰ ਰਹੇ ਨੇ ਹੈਰਿਸ ਦੇ ਕੋਲੋਂ 47 ਦੇ ਮੁਕਾਬਲੇ 48% ਦੇ ਨਾਲ ਮਹਿਜ 1% ਦਾ ਫਾਸਲਾ ਆ। 1695 ਵੋਟਰਸ ਨੇ ਜਿਹੜਾ ਇਸ ਸਰਵੇ ਦੇ ਵਿੱਚ ਹਿੱਸਾ ਲਿਆ ਤੇ ਕਹਿੰਦੇ ਵੀ ਐਰਰ ਮਾਰਜਨ 2.8% ਦਾ ਹੈ। ਟਰੰਪ ਕੈਂਪੇਨ ਨੇ ਇਸ ਦੇ ਉੱਤੇ ਬਿਆਨ ਦੇ ਦਿੱਤਾ ਵੀ ਕਮਲਾ ਹੈਰਿਸ ਦਾ ਹਨੀਮੂਨ ਪੀਰੀਅਡ ਓਵਰ ਆ, ਜੋ ਕਿ ਉਸ ਨੂੰ ਸ਼ੁਰੂਆਤੀ ਦੌਰ ਦੇ ਵਿੱਚ ਆਪਣੇ ਕੈਂਪੇਨ 'ਚ ਮਿਲਿਆ ਸੀ। ਆਪਾਂ ਰੀਸੈਂਟਲੀ ਵੀ ਸ਼ੇਅਰ ਕੀਤਾ ਵੀ 600 ਮਿਲੀਅਨ ਤੋਂ ਵੱਧ ਰਾਸ਼ੀ ਜਿਹੜੀ ਹੈ ਇਸ ਨੇ ਇਕੱਤਰ ਕੀਤੀ ਹੈਗੀ ਆ। ਸੋ ਨੈਕ ਟੂ ਨੈਕ ਜਿਹੜਾ ਇਸ ਟਾਈਮ, ਜਿੱਦਾਂ ਕਹਿ ਲਓ ਵੀ ਕੁੰਡੀਆਂ ਦੇ ਸਿੰਘ ਜਿਹੜਾ ਫਸੇ ਆ, ਉਹ ਚੀਜ਼ ਇਸ ਟਾਈਮ ਬਣੀ ਪਈ ਆ। ਵਿਸਕੌਨਸਨ ਦੇ ਜਿਹੜੇ ਲੇਟੈਸਟ ਆਈ ਸਰਵੇ ਦੇ ਵਿੱਚ ਹੀ ਦੇਖਿਆ ਜਾਵੇ ਤਾਂ ਬੈਟਲ ਗਰਾਊਂਡ ਸਟੇਟਸ ਦੀ ਨਜ਼ਰ ਮਾਰੀਏ ਹਰਜੋਤ ਸਿੰਘ ਜੀ, ਤਾਂ ਵਿਸਕੌਨਸਨ ਦੇ ਵਿੱਚ ਹੈਰਿਸ 50%, ਟਰੰਪ 47, ਮਿਸ਼ੀਗਨ ਦੇ ਵਿੱਚ ਹੈਰਿਸ 49 ਤੇ ਟਰੰਪ 47, ਪੈਂਸਲਵੇਨੀਆ ਦੇ ਵਿੱਚ ਹੈਰਿਸ 49 ਤੇ ਟਰੰਪ 48, ਨਵਾਡਾ ਦੇ ਵਿੱਚ ਟਰੰਪ ਤੇ ਹੈਰਿਸ ਦੋਨੋਂ ਹੀ 48, ਜਾਰਜੀਆ ਦੇ ਵਿੱਚ ਟਰੰਪ ਤੇ ਹੈਰਿਸ ਉੱਥੇ ਵੀ 48, ਨਾਰਥ ਕੈਰੋਲੀਨਾ ਦੇ ਵਿੱਚ ਤੇ ਐਰੀਜ਼ੋਨਾ ਦੇ ਵਿੱਚ। ਇਹ 4 ਸੂਬਿਆਂ ਦੇ ਵਿੱਚ ਦੋਨੋਂ ਹੀ ਬਿਲਕੁਲ ਬਰਾਬਰ ਜਿਹੜੇ ਆ ਉਹ ਚੱਲ ਰਹੇ ਆ ਤੇ ਪਲੜਾ ਇਹਨਾਂ 4 ਸੂਬਿਆਂ ਦੇ ਵਿੱਚੋਂ 3 'ਚ ਟਰੰਪ ਹੁਣਾਂ ਦਾ ਭਾਰੀ ਜਿਹੜਾ ਉਹ ਦੱਸਿਆ ਜਾਂਦਾ, 1 ਦੇ ਵਿੱਚ ਹੈਰਿਸ ਦਾ। ਸੋ 3 ਦੇ ਵਿੱਚ ਜਿਹੜੀ ਕਮਲਾ ਹੈਰਿਸ ਆ ਕਿਤੇ 1 ਤੇ ਕਿਤੇ 2% ਦੇ ਨਾਲ ਲੀਡ ਦੇ ਵਿੱਚ ਆ, ਐਰਰ ਦੇ ਵਿੱਚ ਆ ਰਿਹਾ। ਸੋ ਬਹੁਤ ਹੀ ਜ਼ਿਆਦਾ ਇਸ ਟਾਈਮ ਫਸਵਾਂ ਮੁਕਾਬਲਾ ਆ। ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਰਹੇ ਹਾਂ ਹਰਜੋਤ ਸਿੰਘ ਜੀ ਵੀ ਜਦੋਂ 2016 ਦੀਆਂ ਇਲੈਕਸ਼ਨ ਸੀ, ਉਹਦੇ ਵਿੱਚ ਜਿਹੜੀ ਕਮਲਾ ਹੈਰਿਸ ਜਿਹੜੀ ਹੈਲਰੀ ਕਲਿੰਟਨ ਆ, ਉਹ ਲਗਾਤਾਰ ਜਿਹੜੀ ਉਹ ਜਿੱਤਦੀ ਹੀ ਜਿਹੜੀ ਉਹ ਦਿਖਾਈ ਜਾ ਰਹੀ ਸੀ ਸਾਰੇ ਹੀ ਜਿਹੜੇ ਉਹ ਪੋਲਸ ਦੇ ਵਿੱਚ। ਪਰ ਜਿਹੜਾ ਆਪਾਂ ਇਹ ਦੇਖਿਆ ਵੀ ਇਸ ਪੂਰੇ ਮਾਮਲੇ ਦੇ ਵਿੱਚ ਇਸ ਵਾਰ ਜਿਹੜੀਆਂ ਪੋਲਸ ਆ ਬਹੁਤ ਹੀ ਜ਼ਿਆਦਾ ਇੱਕ ਦੂਜੇ ਦੇ ਬਰਾਬਰ ਜਿਹੜੀਆਂ ਉਹ ਚੱਲ ਰਹੀਆਂ, ਖਾਸ ਕਰਕੇ ਬੈਟਲ ਗਰਾਊਂਡ ਸਟੇਟਸ ਦੇ ਵਿੱਚ। ਉਧਰ ਦੂਜੀ ਤਰਫ ਜਿਹੜਾ ਹਰਜੋਤ ਸਿੰਘ ਜੀ, ਜਿਸ ਬੰਦੇ ਨੇ ਰੀਗਨ ਦੀ ਇਲੈਕਸ਼ਨ ਤੋਂ ਲੈ ਕੇ ਹੁਣ ਤੱਕ ਜਿੰਨਿਆਂ ਦੇ ਵੀ ਭਵਿੱਖਬਾਣੀਆਂ ਕੀਤੀਆਂ ਇਲੈਕਸ਼ਨਸ, ਉਹਦੇ ਹਿਸਾਬ ਦੇ ਨਾਲ ਜਿੱਤੇ ਆ, ਇੱਕ ਜਿਹੜੇ ਹੈਗੇ ਨੇ, ਆਈ ਥਿੰਕ ਐਲਨ ਉਹਨਾਂ ਦਾ ਨਾਂ ਆ, ਐਲਨ ਲਿਚਮੈਨ, ਤੇ ਉਸਦੇ ਮੁੰਡੇ ਨੇ, ਉਹਨੇ ਜਿਹੜੀ ਇੱਕ ਨਵੀਂ ਭਵਿੱਖਬਾਣੀ ਜਿਹੜੀ ਉਹ ਕੀਤੀ ਆ, ਉਹਨੇ 13 ਜਿਹੜੇ ਵੱਖ-ਵੱਖ ਪੁਆਇੰਟਸ ਉਹ ਲੈਂਦਾ ਆ। ਹਰ ਇੱਕ ਮਾਮਲੇ ਦੇ ਵਿੱਚ ਉਸਨੇ ਜਿਹੜਾ ਉਹ ਦੇਖਿਆ
ਵੀ ਇਸ ਮਾਮਲੇ ਦੇ ਵਿੱਚ ਉਹਦੇ ਕਹਿਣ ਦੇ ਮੁਤਾਬਕ ਕਹਿੰਦਾ ਵੀ ਕਮਲਾ ਹੈਰਿਸ ਜਿਹੜੀ ਆ ਉਹ ਜਿੱਤ ਰਹੀ ਹੈਗੀ ਆ। ਸੋ ਉਹਦੀਆਂ ਕਹਿੰਦੇ ਵੀ ਅਜੇ ਤੱਕ ਕੋਈ ਵੀ ਪ੍ਰੈਡਿਕਸ਼ਨ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੀ ਗਲਤ ਜਿਹੜੀ ਉਹ ਨਹੀਂ ਹੋਈ। ਇਸ ਦੇ ਵਿੱਚ ਮਿਡ ਟਰਮ ਰਿਜ਼ਲਟ, ਉਸ ਦੇ ਵਿੱਚ ਨਾਲ ਦੇ ਨਾਲ ਪ੍ਰਾਇਮਰੀ ਦਾ ਕੰਟੈਸਟ, ਇਨਕੰਬੈਂਸੀ, ਥਰਡ ਪਾਰਟੀ ਦੀ ਗੱਲ, ਸ਼ਾਰਟ ਟਰਮ ਇਕੋਨਮੀ, ਲੌਂਗ ਟਰਮ ਇਕੋਨਮੀ, ਮੇਜਰ ਪਾਲਿਸੀ ਚੇਂਜਸ ਕਿੱਦਾਂ ਦੇ ਹੋਏ ਆ ਮੁਲਕ ਦੇ ਵਿੱਚ, ਸੋਸ਼ਲ ਐਨਰਸਟ ਕਿੱਦਾਂ ਦਾ ਆ, ਕਿੰਨੇ ਸਕੈਂਡਲ ਜਿਹੜੇ ਉਹ ਸਾਹਮਣੇ ਆਏ ਆ, ਫੋਰਨ ਅਫੇਅਰਸ ਦੇ ਵਿੱਚ ਜਾਂ ਮਿਲਟਰੀ ਨੂੰ ਲੈ ਕੇ ਉਹਦੇ ਵਿੱਚ ਕਿੱਦਾਂ ਦਾ ਚੱਲ ਰਿਹਾ ਆ, ਇਨਕੰਬੈਂਟ ਇਸ ਵਾਰ ਹੈ ਹੀ ਨਹੀਂ ਆ, ਅਤੇ ਚੈਲੰਜਰ ਜਿਹੜਾ ਇਸ ਦੇ ਵਿੱਚ ਕੌਣ ਆ। ਇਸ ਦੇ ਵਿੱਚ ਕਹਿੰਦੇ ਵੀ ਜਿਹੜੀ ਟੈਲੀ ਜਿਹੜੀ ਆਈ ਆ ਐਲਨ ਲਿਚਮੈਨ ਦੀ, ਉਹਨੇ 8 ਜਿਹੜੇ ਆ ਡੈਮੋਕ੍ਰੇਟਾਂ ਦੇ ਫੇਵਰ 'ਚ ਦੱਸੇ ਆ, 3 ਜਿਹੜੇ ਆ ਉਹ ਰਿਪਬਲਿਕਨ ਟਰੰਪ ਹੋਣਾ ਦੇ ਜਿਹੜੇ ਉਹ ਫੇਵਰ ਦੇ ਵਿੱਚ ਦੱਸੇ ਆ, ਤੇ 2 ਜਿਹੜੇ ਮਸਲੇ ਆ ਉਹ ਅਨਡਿਸਾਈਡਡ ਆ। ਜੇ 2 ਦੂਜੇ ਵੀ ਰਿਪਬਲਿਕਨਸ ਦੇ ਹੱਕ ਦੇ ਵਿੱਚ ਜਾਂਦੇ ਆ ਤਾਂ 8-5 ਦੇ ਨਾਲ ਫਿਰ ਵੀ ਇਹਨਾਂ ਦੇ ਜਿਹੜੇ ਸਰਵੇ ਦੇ ਮੁਤਾਬਕ ਜਿਹੜਾ ਉਹ ਜਿੱਤ ਰਿਹਾ। ਇਸ ਦਾ ਗੱਲ ਅਸੀਂ ਤਾਂ ਕਰ ਰਹੇ ਹਾਂ ਹਰਜੋਤ ਸਿੰਘ ਜੀ ਵੀ ਜਿਹੜਾ ਐਲਨ ਲਿਚਮੈਨ ਆ, ਇਸ ਨੇ ਆਪਣੇ ਹੁਣ ਤੱਕ ਆਈ ਥਿੰਕ 80s ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਪ੍ਰੈਡਿਕਸ਼ਨਸ ਕੀਤੀਆਂ ਆ ਉਹਨੂੰ ਲੈ ਕੇ ਉਹ ਜਿਹੜਾ ਹਮੇਸ਼ਾ ਠੀਕ ਰਿਹਾ ਆ। ਸੋ ਇਸ ਵਾਰ ਵੀ ਠੀਕ ਹੁੰਦਾ ਹੈ ਕਿ ਗਲਤ ਹੁੰਦਾ ਹੈ, ਇਹ ਦੇਖਣ ਵਾਲੀ ਜਿਹੜੀ ਗੱਲ ਰਹੂਗੀ। ਪਰ ਮੁਕਾਬਲਾ ਜਿਹੜਾ ਬਹੁਤ ਫਸਮਾ ਆ। ਕੱਲ ਦਾ ਜਿਹੜਾ ਡਿਬੇਟ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਕੱਲ ਦਾ ਡਿਬੇਟ ਕਾਫੀ ਕੁਛ ਜਿਹੜਾ ਆ ਉਹ ਕਲੀਅਰ ਕਰਕੇ ਜਾਵੇਗਾ ਵੀ ਕਿਹਦਾ ਪਲੜਾ ਜਿਹੜਾ ਉਹ ਵਾਕਿਆ ਹੀ ਭਾਰੀ ਨਜ਼ਰ ਆ ਰਿਹਾ ਹੈਗਾ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਮੁਲਕ ਡਾਲਰ ਨੂੰ ਛੱਡ ਕੇ ਜਿੱਦਾਂ ਬ੍ਰਿਕਸ ਵਾਲੇ ਆ ਆਪਣੀ ਹੋਰ ਕਰੰਸੀ ਬਣਾਉਣ ਜਾ ਰਹੇ ਆ, ਉਹਨਾਂ ਦੇ ਉੱਤੇ ਜੇ ਮੈਂ ਪ੍ਰੈਜ਼ੀਡੈਂਟ ਬਣਦਾ ਤੇ 100% ਟੈਰਿਫ ਲਾਉਂਗਾ, ਟੈਕਸ ਲਾਇਆ ਜਾਊਗਾ ਉਹਨਾਂ ਦੇ ਉੱਤੇ। ਤੇ ਉਹ ਕਹਿੰਦੇ ਆ ਵੀ ਇਫ ਯੂ ਲੀਵ US ਡਾਲਰ ਦੈਨ ਯੂ ਜਿਹੜੀ ਸਿਚੁਏਸ਼ਨ ਆ ਉਹ ਲੂਜ਼ ਹੋਊਗੀ ਹੈਗੀ। ਇਸ ਤੋਂ ਪਹਿਲਾਂ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਮੈਂ 60% ਜਿਹੜੇ ਚਾਈਨੀਜ਼ ਗੁੱਡਸ ਆ ਉਹਨਾਂ ਦੇ ਉੱਤੇ ਟੈਰਿਫ ਲਾਉਂਗਾ ਜੇ ਮੇਰੀ ਸੈਕਿੰਡ ਵਿਨ ਹੋਈ ਹੈਗੀ। ਪਰ ਅੱਜ ਉਹਨਾਂ ਨੇ ਇਹ ਅਨਾਉਂਸ ਕੀਤਾ ਹੈ ਵੀ ਜਿਹੜੀ ਕੱਲਾ ਚਾਈਨਾ ਨਹੀਂ, ਹੋਰ ਮੁਲਕ ਵੀ ਜਿਨ੍ਹਾਂ ਦੇ ਵਿੱਚ ਇੰਡੀਆ ਵੀ ਹੈਗਾ ਆ, ਜਿਹੜੇ ਕਹਿੰਦੇ ਆ ਵੀ ਅਸੀਂ ਆਪਣੀ ਕਰੰਸੀ ਸ਼ੁਰੂ ਕਰਨੀ ਹੈਗੀ ਆ ਬ੍ਰਿਕਸ ਉਹਦੇ ਅੰਡਰ, ਤੇ ਉਹਨਾਂ ਦੇ ਉੱਤੇ ਵੀ 100% ਜਿਹੜਾ ਟੈਕਸ ਆ ਟੈਰਿਫ ਉਹ ਲਾਇਆ ਜਾਊਗਾ। ਸੋ ਇਹਦੇ ਸੰਬੰਧ ਦੇ ਵਿੱਚ ਕਹਿੰਦੇ ਵੀ ਜੇ ਇਸ ਤਰ੍ਹਾਂ ਹੁੰਦਾ ਆ ਤੇ ਚਾਈਨਾ ਦੀ ਜਿਹੜੀ GDP ਆ ਉਹ 2% ਡਿੱਗ ਪਊਗੀ, ਨੌਕਡਾਊਨ ਹੋ ਜਾਊਗੀ, ਤੇ ਉਹਦੇ ਉੱਤੇ ਜਿਹੜਾ ਕਾਫੀ ਵੱਡਾ ਅਸਰ ਪਊਗਾ ਤੇ ਬਾਕੀ ਮੁਲਕਾਂ ਦੇ ਉੱਤੇ ਵੀ ਪਊਗਾ। ਬਾਕੀ ਹੁਣ ਦੇਖਦੇ ਆ ਵੀ ਕੌਣ ਜਿੱਤਦਾ ਤੇ ਮੋਰੇ ਸਿਚੁਏਸ਼ਨ ਜਿਹੜੀ ਆ ਉਹ ਕੀ ਬਣਦੀ ਹੈਗੀ ਆ। ਬਿਲਕੁਲ 2 ਮਹੀਨੇ ਦਾ ਵਕਤ ਹਰਜੋਤ ਸਿੰਘ ਜੀ, 2 ਮਹੀਨੇ ਤੋਂ ਘੱਟ ਦਾ ਵਕਤ ਜਿਹੜਾ ਹੁਣ ਉਹ ਰਹਿ ਗਿਆ ਆ ਤੇ ਹਰ ਇੱਕ ਦੀਆਂ ਜਿਹੜੀਆਂ ਨਜ਼ਰਾਂ ਆ ਇਸ ਦੇ ਉੱਤੇ। ਜੇ ਤੁਸੀਂ ਦੇਖੋ ਹਰਜੋਤ ਸਿੰਘ ਜੀ, ਇੱਕ ਜਿਹੜਾ ਹੁਣ ਦੋਨਾਂ ਹੀ ਕੈਂਪੇਨਸ ਦੇ ਦੁਆਰਾ ਆਪਣੀਆਂ ਜਿਹੜੀਆਂ ਹੁਣ ਪਾਲਿਸੀਜ਼ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ, ਜੋ ਕਿ ਇੱਕ ਅਮਰੀਕਨ ਲੋਕਾਂ ਦੇ ਲਈ ਚੰਗੀ ਗੱਲ ਆ। ਲੋਕਾਂ ਨੂੰ ਚਾਹੀਦਾ ਆ ਵੀ ਪਤਾ ਲੱਗੇ ਵੀ ਜਿਹੜਾ ਵੀ ਸਾਡਾ ਕੈਂਡੀਡੇਟ ਆ ਵੀ ਉਹ ਪਾਲਿਸੀਜ਼ ਜਿਹੜੀਆਂ ਉਹ ਕੀ ਲੈ ਕੇ ਆ ਰਿਹਾ। ਇਕੋਨਮੀ ਇਸ ਟਾਈਮ ਬਿਗੇਸਟ ਜਿਹੜਾ ਉਹ ਮੁੱਦਾ ਬਣ ਰਿਹਾ ਆ। ਇਮੀਗ੍ਰੇਸ਼ਨ ਦਾ ਮੁੱਦਾ ਜਿਹੜਾ ਉਹ ਸੀਰੀਅਸ ਤਾਂ ਹੈਗਾ ਹੀ ਹੈਗਾ ਆ, ਪਰ ਡੈਮੋਕ੍ਰੇਟਾਂ ਨੇ ਉਸ ਨੂੰ ਨਜਿੱਠਣ ਦੇ ਲਈ ਇਹ ਜਿਹੜੀਆਂ ਰੀਸੈਂਟਲੀ CLP ਥਰਡ ਕੰਟਰੀ ਦੇ ਵਿੱਚ ਉਹ ਜਿਹੜੀਆਂ ਚੀਜ਼ਾਂ ਤੇ ਹੁਣ ਰੋਕਾਂ ਜਿਹੜੀਆਂ ਉਹਨਾਂ ਨੇ ਲਾਈਆਂ ਆ, ਉਸ ਨੂੰ ਬੈਲੈਂਸ ਕਰਨ ਦੀ ਜਿਹੜੀ ਉਹਨਾਂ ਦੀ ਦਰਕਾਰ ਜਿਹੜੀ ਇਹਨਾਂ ਜਿਹੜੇ ਸਾਰੇ ਪਾਲਿਸੀਜ਼ ਨੂੰ ਲੈ ਕੇ ਜਿਹੜੀ ਉਹ ਨਜ਼ਰ ਆ ਰਹੀ ਹੈਗੀ ਆ। ਸੋ ਇਕੋਨਮੀ ਇਸ ਟਾਈਮ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਸਭ ਤੋਂ ਅਹਿਮ ਤੇ ਬਿਗੇਸਟ ਜਿਹੜਾ ਉਹ ਮੁੱਦਾ ਰਹਿਣ ਵਾਲਾ ਆ। ਜਿਸ ਤਰੀਕੇ ਦੇ ਨਾਲ ਰਿਸੈਸ਼ਨ ਦੀ ਗੱਲ, ਫੈਡ ਦੇ ਇੰਟਰਸਟ ਰੇਟ ਕੱਟਸ ਮੈਨੂੰ ਲੱਗਦਾ ਇਸ ਵੀਕ ਦੇ ਵਿੱਚ ਆ ਜਾਣੇ ਆ, ਉਹਦੇ ਨਾਲ ਕਿੱਦਾਂ ਦਾ ਅਸਰ ਪੈਂਦਾ, ਪੋਲਸ ਦੇ ਉੱਤੇ ਕੀ ਅਸਰ ਪਊਗਾ, ਇਹ ਜਿਹੜੀ ਇੱਕ ਵੱਡੀ ਜਿਹੜੀ ਗੱਲ ਰਹੇਗੀ। ਤੇ ਬਾਕੀ ਆਪਾਂ ਆਪਣੇ ਜਿੰਨੇ ਵੀ ਸਾਡੇ ਸਰੋਤੇ ਦਰਸ਼ਕ ਆ ਸੁਣ ਰਹੇ ਆ, ਦੇਖ ਰਹੇ ਆ, ਉਹਨਾਂ ਨੂੰ ਆਪਾਂ ਦੱਸਦੇ ਜਾਈਏ, ਜੇ ਤੁਸੀਂ 18 ਸਾਲ ਤੋਂ ਉੱਤੇ ਆ, US ਦੇ ਸਿਟੀਜ਼ਨ ਆ ਤੇ ਅਜੇ ਤੱਕ ਵੋਟ ਦੇ ਲਈ ਤੁਸੀਂ ਰਜਿਸਟਰ ਨਹੀਂ ਕੀਤਾ ਤੇ ਭਾਈ ਵੋਟ ਰਜਿਸਟਰ ਕਰੋ ਤੇ ਆਪਣੇ ਪਸੰਦੀਦਾ ਕੈਂਡੀਡੇਟ ਨੂੰ ਜਿਹੜੀ ਉਹ ਵੋਟ ਪਾਉਣੀ ਨਾ ਭੁੱਲਿਓ। ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਨਾਲ ਜਿਹੜੀਆਂ ਤੁਹਾਡੀਆਂ ਲੋਕਲ ਸਿਟੀ ਕਾਉਂਸਲ ਦੀਆਂ ਜਿਹੜੀਆਂ ਹੁੰਦੀਆਂ ਆ, ਸੁਪਰਵਾਈਜ਼ਰਸ ਦੀਆਂ ਹੁੰਦੀਆਂ ਆ, ਸ਼ੈਰਿਫ ਦੀਆਂ ਹੁੰਦੀਆਂ, ਜੱਜਸ ਦੀਆਂ ਹੁੰਦੀਆਂ, ਵੱਖ-ਵੱਖ ਬੌਂਡਸ ਆ, ਮੈਜਰਸ ਆ, ਕਈਆਂ ਦੇ ਲਈ ਸਕੂਲ ਦੇ ਨਾਲ ਸੰਬੰਧਿਤ ਆ, ਜਿੱਦਾਂ ਕੈਲੀਫੋਰਨੀਆ ਦੇ ਵਿੱਚ ਉਹ ਪ੍ਰੋਪ 47 ਨੂੰ ਉਲਟਾਉਣ ਵਾਲਾ ਆ। ਹੋਰ ਬਹੁਤ ਸਾਰੇ ਜਿਹੜੇ ਇੱਦਾਂ ਦੇ ਮੈਜਰਸ ਤੇ ਬੌਂਡਸ ਆਉਣੇ ਆ, ਉਹਨਾਂ ਦਾ ਵੀ ਜਿਹੜਾ ਧਿਆਨ ਰੱਖ ਕੇ ਤੁਸੀਂ ਵੋਟ ਜ਼ਰੂਰ ਪਾਉਣੀ ਹੈਗੀ।
ਅਗਲੀ ਖਬਰ ਵੱਲ ਚੱਲੀਏ ਤੇ ਚਾਈਨਾ ਨੂੰ ਲੈ ਕੇ ਹਜੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਤਾਂ ਹੋਣੀ ਆ, ਰਿਜ਼ਲਟ ਆਣੇ ਆ। ਉਹ ਤੋਂ ਪਹਿਲਾਂ ਜਿਹੜੀ ਯੂਐਸ ਦੀ ਕਾਂਗਰਸ ਆ, ਉਹ ਪੂਰੇ ਗਰਮ ਹੋਏ ਪਏ ਹੈਗੇ ਆ ਵੀ ਚਾਈਨਾ ਦੇ ਉੱਤੇ ਕਿੱਦਾਂ ਦੇ ਜਿਹੜੇ ਹੋਰ ਸਟ੍ਰਿਕਟ ਰੂਲਸ ਆ ਉਹ ਆਪਾਂ ਲਾ ਸਕਦੇ ਹੈਗੇ ਆ। ਚਾਈਨਾ ਵੀਕ ਕਰਕੇ ਇਹ ਇਸ ਵੀਕ ਨੂੰ ਗਿਣਿਆ ਜਾ ਰਿਹਾ ਆ, ਜਿਹਦੇ ਉੱਤੇ ਕਹਿੰਦੇ ਪਏ ਸੀਸੀਪੀ, ਐਸਪੀਓਨਾਜ ਤੇ ਇਕਨੋਮਿਕ ਐਡਵਾਂਸਸ ਉਹਨਾਂ ਦੇ ਉੱਤੇ ਵਰਕਆਊਟ ਕੀਤਾ ਜਾਊਗਾ। 3 ਵੀਕ ਕੰਮ ਹੋਣਾ ਹੈ ਕੈਪੀਟਲ ਹਿੱਲ ਦੇ ਉੱਤੇ। ਨਵੰਬਰ ਦੇ ਵਿੱਚ ਫਿਰ ਇਲੈਕਸ਼ਨ ਆ ਜਾਣੀ ਹੈਗੀ ਆ ਤੇ ਰਿਪਬਲਿਕਨ ਇਸ ਟਾਈਮ ਕਾਂਗਰਸ ਦੇ ਵਿੱਚ ਮੈਜੋਰਟੀ 'ਚ ਆ, ਬੜੀ ਥਿਨ ਮੈਜੋਰਟੀ 'ਚ ਆ। ਸੋ ਉਹ ਕਹਿੰਦੇ ਆ ਵੀ ਅਸੀਂ ਬਿੱਲ ਲੈ ਕੇ ਆ ਰਹੇ ਹਾਂ ਜਿਹੜਾ ਚਾਈਨੀਜ਼ ਸਪਾਈਵੇਅਰ ਨੂੰ ਅਮਰੀਕਾ ਦੇ ਵਿੱਚੋਂ ਰੂਟ ਆਊਟ ਕਰ ਦਊਗਾ ਵੀ ਕੋਈ ਵੀ ਬੰਦਾ, ਕੋਈ ਵੀ ਕੰਪਨੀ ਜਿਹੜੇ ਚਾਈਨਾ ਦੇ ਸਪਾਈਵੇਅਰ ਹੈਗੇ ਉਹਨਾਂ ਨੂੰ ਯੂਜ਼ ਨਹੀਂ ਕਰ ਸਕੂਗਾ। ਤੇ ਇਹ ਇੱਕ ਟਫ ਡਿਸੀਜਨ ਹੋਊਗਾ ਇਲੈਕਸ਼ਨ ਤੋਂ ਪਹਿਲਾਂ, ਜਿਹਦੇ ਵਿੱਚ ਮੈਜੋਰਟੀ ਲੀਡਰ ਸਟੀਵ ਸਕੈਲੀਜ਼ ਉਹਨਾਂ ਨੇ ਇਹ ਕਿਹਾ ਹੈਗਾ ਭਈ ਇਹਦੇ ਉੱਤੇ ਅਸੀਂ ਬਹੁਤ ਜ਼ਿਆਦਾ ਵਰਕਆਊਟ ਕਰ ਰਹੇ ਹੈਗੇ ਆ ਤੇ ਸਾਨੂੰ ਜਿਹੜੀ ਆ ਡੈਮੋਕ੍ਰੇਟਸ ਵੱਲੋਂ ਵੀ ਜਿਹੜੀ ਸਪੋਰਟ ਆ ਉਹ ਇਸ ਬਿੱਲ ਦੇ ਉੱਤੇ ਚਾਹੀਦੀ ਹੈਗੀ ਆ। ਕਹਿੰਦੇ ਵੀ ਸਾਨੂੰ ਰੀਅਲ ਬਾਈ ਪਾਰਟੀਸ਼ਨ ਸਪੋਰਟ ਚਾਹੀਦੀ ਆ ਇਸ ਬਿੱਲ ਦੇ ਉੱਤੇ, ਰਿਪਬਲਿਕਨਸ ਜਿਹੜੇ ਕਹਿ ਰਹੇ ਹੈਗੇ ਆ। ਤੇ ਇਸ ਤੋਂ ਬਿਨਾ ਜਿਹੜੀਆਂ ਚਾਈਨੀਜ਼ ਮੇਡ ਇਲੈਕਟ੍ਰਿਕ ਵਹੀਕਲਸ ਆ ਉਹਨਾਂ ਦੇ ਉੱਤੇ $7500 ਦਾ ਜਿਹੜਾ ਟੈਕਸ ਕ੍ਰੈਡਿਟ ਦਿੱਤਾ ਗਿਆ ਆ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ, ਉਸ ਨੂੰ ਵੀ ਅਨਡੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਇਸ ਕਾਂਗਰਸ ਵੱਲੋਂ। ਸੋ ਵੀ ਜੇ ਉਹ ਬਿੱਲ ਨੂੰ ਜਿਹੜਾ ਆ ਉਹ ਬਿਲਕੁਲ ਕੈਂਸਲ ਕਰ ਦਿੱਤਾ ਜਾਵੇ ਤਾਂ ਕਿ ਜਿਹੜੀਆਂ ਚਾਈਨੀਜ਼ ਮੇਡ ਇਲੈਕਟ੍ਰਿਕ ਵਹੀਕਲਸ ਆ ਉਹਨਾਂ ਨੂੰ ਯੂਐਸਏ ਦੇ ਵਿੱਚ ਜਿਹੜਾ ਕ੍ਰੈਡਿਟ ਨਾ ਮਿਲੇ ਜੇ ਕੋਈ ਖਰੀਦਦਾ ਹੈਗਾ। ਤੇ ਕਹਿੰਦੇ ਭਈ ਇਹਦਾ ਮੇਨ ਫੋਕਸ ਹੋਊਗਾ ਵੀ ਐਂਡ ਚਾਈਨੀਜ਼ ਡੋਮੀਨੈਂਸ ਆਫ ਇਲੈਕਟ੍ਰਿਕ ਵਹੀਕਲ ਐਕਟ। ਇਹ ਕੈਰਲ ਮਿਲਰ ਜੋ ਵਰਜੀਨੀਆ ਤੋਂ ਆ ਉਹ ਇਸ ਬਿੱਲ ਨੂੰ ਲੈ ਕੇ ਆ ਰਹੇ ਹੈਗੇ ਆ। ਇਸ ਤੋਂ ਬਿਨਾ ਇੱਕ ਬਿੱਲ ਜਿਹੜਾ ਆ ਉਹ ਯੂਐਸ ਫਾਰਮਲੈਂਡ ਦੇ ਲਈ ਜਿਹੜਾ ਚਾਈਨਾ ਤੋਂ ਸਮਾਨ ਆਉਂਦਾ ਆ ਉਸ ਨੂੰ ਜਿਹੜਾ ਬੰਦ ਕੀਤਾ ਜਾਊਗਾ। ਚਾਈਨੀਜ਼ ਐਂਟੀਟੀਜ਼ ਲਗਭਗ 3,80,000 ਏਕੜ ਐਗਰੀਕਲਚਰ ਲੈਂਡ ਯੂਐਸਏ ਦੇ ਵਿੱਚ ਸੰਨ 2023 ਤੱਕ ਓਨ ਕਰਦੇ ਹੈਗੇ ਆ। ਸੋ ਇਹ ਕਾਫੀ ਵੱਡਾ ਜਿਹੜਾ ਅਮਾਉਂਟ ਹੈਗਾ ਆ। ਸੋ ਚਾਈਨੀਜ਼ ਓਨਡ ਕੰਪਨੀਆਂ ਇਸ ਜ਼ਮੀਨ ਨੂੰ ਇੱਥੇ ਜਿਹੜੀਆਂ ਓਨ ਕਰਦੀਆਂ ਹੈਗੀਆਂ। ਜੀ ਬਿਲਕੁਲ। ਅੱਜ ਹੀ ਜਿਹੜਾ ਹਰਜੋਤ ਸਿੰਘ ਜੀ ਵਾਸ਼ਿੰਗਟਨ ਪੋਸਟ ਦੇ ਵਿੱਚ ਜਿਹੜੇ ਰਿਪਬਲਿਕਨ ਸੈਨੇਟਰ ਨੇ ਫਲੋਰੀਡਾ ਤੋਂ ਮਾਰਕੋ ਰੂਬੀਓ, ਉਹਨਾਂ ਨੇ ਆਪਣਾ ਇੱਕ ਓਪੀਨੀਅਨ ਜਿਹੜਾ ਐਡੀਟੋਰੀਅਲ ਆ ਉਹ ਛਾਪਿਆ ਆ। ਉਹ ਕਹਿੰਦੇ ਵੀ ਬੀਜਿੰਗ, ਚਾਈਨਾ ਜਿਹੜਾ ਆ ਯੂਐਸ ਦੀ ਇਕਨੋਮੀ ਦੀ ਸੁਪਰਮੇਸੀ ਆ ਉਸ ਨੂੰ ਨਸ਼ਟ ਕਰਨ ਦੇ ਲਈ, ਡਿਸਟਰੋਏ ਕਰਨ ਦੇ ਲਈ ਲੱਗਾ ਹੋਇਆ ਆ ਤੇ ਕਹਿੰਦੇ ਵੀ ਉਹ ਆਪਣੇ ਟਾਰਗੇਟ ਨੂੰ ਬਹੁਤ ਜਲਦ ਪੂਰਾ ਵੀ ਕਰ ਸਕਦਾ ਆ। ਕਹਿੰਦੇ ਵੀ ਯੂਐਸ ਇਸ ਟਾਈਮ ਕੰਪਲੇਸੈਂਟ ਆ, ਢਿੱਲ ਜਿਹੜੀ ਉਹਨਾਂ ਨੇ ਦਿੱਤੀ ਹੋਈ ਆ ਤੇ ਇਹਨਾਂ ਦਾ ਜਿਹੜਾ ਐਡਵਰਸਰੀ ਆ ਯਾਨੀ ਕਿ ਇਸ ਟਾਈਮ ਜਿਹੜਾ ਦੁਸ਼ਮਣ ਮੁਲਕ ਆ ਜਿਸ ਨੂੰ ਚਾਈਨਾ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ ਆ ਵੀ ਉਹ ਇਸ ਟਾਈਮ ਸਭ ਤੋਂ ਤਗੜਾ, ਸਭ ਤੋਂ ਐਡਵਾਂਸਡ ਜਿਹੜਾ ਐਡਵਰਸਰੀ ਆ ਮੁਲਕ ਜਿਹੜਾ ਤੌਰ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਆ। ਕਹਿੰਦੇ ਵੀ ਇਹਨਾਂ ਨੇ ਚਾਈਨਾ ਨੇ ਮੇਡ ਇਨ ਚਾਈਨਾ 2025 ਰਿਲੀਜ਼ ਕੀਤਾ ਸੀਗਾ, ਜਿਹੜੀ ਚਾਈਨੀਜ਼ ਕਮਿਊਨਿਸਟ ਪਾਰਟੀ ਆ, ਤੇ ਕਹਿੰਦੇ ਵੀ ਉਹਨਾਂ ਨੇ ਉਸ ਦੇ ਜ਼ਰੀਏ ਹੁਣ ਤੱਕ ਦੁਨੀਆ ਦੇ ਉੱਤੇ ਕਾਫੀ ਕਾਬੂ ਵੀ ਪਾਇਆ ਆ। 2015 ਦੇ ਵਿੱਚ, ਮਈ 2015 ਦੇ ਵਿੱਚ ਉਹਨਾਂ ਨੇ ਇਹ ਜਿਹੜਾ ਇੱਕ ਕਹਿ ਲਓ ਵੀ ਪਰਚਾ ਆ ਉਹ ਸਾਰਿਆਂ ਦੇ ਸਾਹਮਣੇ ਪੇਸ਼ ਕੀਤਾ ਸੀ। ਕਹਿੰਦੇ ਵੀ ਹਾਈ ਵੈਲਿਊ, ਹਾਈ ਟੈਕਨੋਲੋਜੀ ਸੈਕਟਰਸ ਦੇ ਵਿੱਚ 10 ਸਾਲਾਂ 'ਚ ਉਹਨਾਂ ਨੇ ਆਪਣੀ ਧੌਂਸ ਜਿਹੜੀ ਆ ਉਹ ਜਮਾਉਣੀ ਸੀ। ਤੇ ਮਾਰਕੋ ਰੂਬੀਓ ਦੇ ਓਪੀਨੀਅਨ ਆਰਟੀਕਲ ਦੀ ਗੱਲ ਕਰੀਏ ਤਾਂ ਉਹ ਉਸ ਦੇ ਮੁਤਾਬਕ ਲੱਗ ਰਿਹਾ ਆ ਵੀ ਉਸ ਪਾਸੇ ਵੱਲ ਨੂੰ ਹੌਲੀ-ਹੌਲੀ ਵੱਧ ਰਿਹਾ। 2019 ਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਆਪਣੇ ਜਿਹੜੇ ਸੈਨੇਟ ਆਫਿਸ ਨੇ ਮੇਰੇ ਨੇ ਰਿਲੀਜ਼ ਕੀਤਾ ਸੀਗਾ ਵੀ ਮੇਡ ਇਨ ਚਾਈਨਾ 2025 ਐਂਡ ਫਿਊਚਰ ਆਫ ਅਮਰੀਕਨ ਇੰਡਸਟਰੀ ਰਿਪੋਰਟ ਐਨਾਲਾਈਜ਼ ਕਰਕੇ ਪੇਸ਼ ਕੀਤੀ ਸੀ ਵੀ ਬੀਜਿੰਗ ਦਾ ਕਿੱਦਾਂ ਦਾ ਪਲਾਨ ਆ ਤੇ ਕਿੱਦਾਂ ਦਾ ਜਿਹੜਾ ਉਹ ਖਤਰਾ ਯੂਐਸ ਦੀ ਸਿਕਿਉਰਿਟੀ ਤੇ ਪ੍ਰੋਸਪੈਰਿਟੀ ਦੇ ਲਈ ਜਿਹੜਾ ਉਹ ਬਣਿਆ ਪਿਆ ਹੈ। ਤੇ 5 ਸਾਲਾਂ ਦੇ ਵਿੱਚ ਕਹਿੰਦੇ ਵੀ ਉਹ ਆਪਣੇ ਟੀਚੇ ਵੱਲ ਨੂੰ ਦੌੜ ਕੇ ਜਿਹੜਾ ਉਹ ਪਹੁੰਚ ਰਹੇ ਆ ਤੇ ਚਾਈਨਾ ਦੀ ਜਿਹੜੀ ਪ੍ਰੋਗਰੈਸ ਆ ਉਹ ਲਗਾਤਾਰ ਇਸ ਵਿੱਚ ਵੱਧ ਰਹੀ ਹੈਗੀ ਆ। ਸੋ ਕਹਿੰਦੇ ਵੀ ਸਟੇਟ ਇੰਡਸਟਰੀਅਲ ਕੰਪਲੈਕਸ ਦੇ ਤਹਿਤ ਚਾਈਨਾ ਦੇ ਵਿੱਚ ਮੇਡ ਇਨ ਚਾਈਨਾ 2025 ਦੇ ਜ਼ਰੀਏ ਜਿਹੜਾ ਉਹ ਕਰ ਰਹੇ ਆ। ਆਪਣੇ ਸਾਹਮਣੇ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਜਿਹੜਾ ਸਭ ਤੋਂ ਵੱਡਾ ਖੇਤਰ ਆ ਮੇਡ ਇਨ ਚਾਈਨਾ ਦੀਆਂ ਜਿਹੜੀਆਂ ਇਲੈਕਟ੍ਰਿਕ ਗੱਡੀਆਂ ਆ
ਉਹਨਾਂ ਨੇ ਦੁਨੀਆ ਭਰ ਦੇ ਵਿੱਚ ਵੱਡੀਆਂ ਜਿਹੜੀਆਂ ਆਟੋਮੇਕਰਸ ਆ ਜੋ ਕਿ ਇਲੈਕਟ੍ਰਿਕ ਗੱਡੀਆਂ ਬਣਾਉਣਾ ਚਾਹ ਰਹੇ ਆ, ਉੱਥੇ ਸਸਤੀਆਂ ਗੱਡੀਆਂ ਡੰਪ ਕਰਕੇ ਉਹਨਾਂ ਇੰਡਸਟਰੀਜ਼ ਦਾ, ਉਹਨਾਂ ਜਿਹੜੀਆਂ ਕੰਪਨੀਆਂ ਦਾ ਕਾਫੀ ਭੱਠਾ ਜਿਹੜਾ ਉਹ ਬਿਠਾਇਆ ਹੈਗਾ ਆ। ਸੋ ਕਹਿੰਦੇ ਵੀ ਇਹਨਾਂ ਨੇ ਇਸ ਪਾਸੇ ਵੱਲ ਨੂੰ ਬੜੇ ਤੇਜ਼ੀ ਦੇ ਨਾਲ ਜਿਹੜੇ ਪਹੁੰਚ ਰਹੇ ਆ। 2025 ਅਗਲੇ ਸਾਲ ਆ ਤੇ ਯੂਐਸ ਆਫਿਸ ਆਫ ਇੰਟੈਲੀਜੈਂਸ ਰਿਪੋਰਟ ਦੱਸ ਰਿਹਾ ਆ ਵੀ ਚਾਈਨਾ ਨੇ 28,000 ਮੀਲ ਦਾ ਜਿਹੜਾ ਟਰੈਕ ਆ ਹਾਈ ਸਪੀਡ ਰੇਲ ਦਾ, ਉਹ ਆਲਰੇਡੀ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਹੜਾ ਉਹ ਬਣਾ ਲਿਆ ਆ। ਉਹਨਾਂ ਦਾ ਜਿਹੜਾ 80% ਜਿਹੜਾ ਗਲੋਬਲ ਸੋਲਰ ਪਾਵਰ ਸਪਲਾਈ ਚੇਨ ਆ, ਉਸ ਦੇ ਉੱਤੇ ਚਾਈਨਾ ਜਿਹੜਾ ਉਹ ਪੂਰੀ ਤਰ੍ਹਾਂ ਕਾਬਜ਼ ਆ। ਤੇ ਇਲੈਕਟ੍ਰਿਕ ਗੱਡੀਆਂ ਦਾ ਮੈਂ ਤੁਹਾਨੂੰ ਆਲਰੇਡੀ ਇਸ ਦੇ ਵਿੱਚ ਦੱਸ ਚੁੱਕਾ ਹਾਂ। ਸੋ ਕਹਿੰਦੇ ਵੀ 5 ਹੋਰ ਅਜਿਹੀਆਂ ਫੀਲਡ ਨੇ ਜਿਹਦੇ ਵਿੱਚ ਬੀਜਿੰਗ ਦਾ ਇੰਡਸਟਰੀਅਲ ਪਾਲਿਸੀ ਉਹ ਅੰਡਰ ਪਰਫਾਰਮ ਤਾਂ ਚਾਹੇ ਉਹ ਕਰ ਰਹੀ ਆ, ਪਰ ਬਹੁਤ ਹੀ ਥੋੜੇ ਜਿਹੜੇ ਉਹ ਮਾਰਜਨ ਦੇ ਵਿੱਚ। ਕਹਿੰਦੇ ਵੀ ਚਾਈਨਾ ਦਾ ਜਿਹੜਾ ਸਪੇਸ ਦਾ ਖੇਤਰ ਆ, ਜਿਹੜੀ ਪੁਲਾੜ ਦੇ ਵਿੱਚ ਜਾਣ ਵਾਲਾ ਆ, ਉਹ ਅਮਰੀਕਾ ਤੇ ਰੂਸ ਦੇ ਜਿਹੜਾ ਉਹ ਟੱਕਰ ਦੇ ਰਿਹਾ ਆ। ਡਰੋਨ ਦੇ ਵਿੱਚ ਜਿਹੜਾ ਉਹ ਬਣਾਉਣ ਨੂੰ ਲੈ ਕੇ ਉਹ 70% ਜਿਹੜੀ ਇੰਡਸਟਰੀ ਆ ਉਹਨਾਂ ਨੇ ਕੈਪਚਰ ਕੀਤੀ ਆ। ਬਾਇਓਟੈਕ ਜਿਹੜੀਆਂ ਕੰਪਨੀਆਂ ਆ ਜੋ ਕਿ ਵੈਸਟਰਨ ਕੈਪੀਟਲ ਦੇ ਉੱਤੇ ਪੂਰੀ ਤਰ੍ਹਾਂ ਨਿਰਭਰ ਆ, ਪਰ ਫਿਰ ਵੀ ਉਸ ਦੇ ਵਿੱਚ ਨਵਾਂ ਮਟੀਰੀਅਲ ਤੇ ਰਿਸਰਚ ਤੇ ਡਿਵੈਲਪਮੈਂਟ ਬੇਸ ਜਿਹੜਾ ਉਹਨਾਂ ਨੇ ਬਣਾਇਆ ਹੈਗਾ ਆ। ਰੋਬੋਟਿਕਸ ਦੇ ਵਿੱਚ ਉਹ ਅੱਗੇ ਵੱਧ ਰਹੇ ਆ। ਮਾਈਕਰੋਚਿਪ ਮੈਨੂਫੈਕਚਰਿੰਗ ਦੇ ਵਿੱਚ ਹੀ ਅਜੇ ਹਾਲ ਦੀ ਘੜੀ ਯੂਐਸ ਕਹਿੰਦੇ ਵੀ ਉਹ ਸਟਰੋਂਗ ਹੈਗਾ ਆ। ਨਹੀਂ ਤਾਂ ਕਹਿੰਦੇ ਵੀ ਚਾਈਨਾ ਵਾਲੇ ਜੇ ਉਹਦੇ ਵਿੱਚ ਵੀ ਅੱਗੇ ਲੰਘ ਗਏ ਤਾਂ ਉਹਨਾਂ ਨੂੰ ਰੋਕਣਾ ਫਿਰ ਨਾਕਾਮਯਾਬ ਜਿਹੜਾ ਉਹ ਹੋਊਗਾ। ਚਾਈਨਾ ਦਾ ਜਿਹੜਾ ਕਹਿੰਦੇ ਵੀ ਖੇਤੀਬਾੜੀ ਵਾਲਾ ਖੇਤਰ ਆ, ਉਹ ਸੈਕਟਰ ਜਿਹੜਾ ਆ ਉਹ ਅਜੇ ਪਰਫਾਰਮ ਜਿਹੜਾ ਉਹ ਸੋਹਣਾ ਨਹੀਂ ਕਰ ਰਿਹਾ। ਟ੍ਰੇਡ ਜਿਹੜਾ ਉਹਨਾਂ ਦਾ ਡੈਫਿਸਿਟ ਜਿਹੜਾ ਐਗਰੀਕਲਚਰ ਦਾ ਚੱਲ ਰਿਹਾ ਆ। ਪਰ ਮਾਰਕੋ ਰੂਬੀਓ ਦਾ ਇਹ ਜਿਹੜਾ ਓਪੀਨੀਅਨ ਆਰਟੀਕਲ ਉਸ ਸੰਦਰਭ ਦੇ ਵਿੱਚ ਆਉਣਾ ਜਦੋਂ ਹੁਣ ਇਲੈਕਸ਼ਨਾਂ ਬਿਲਕੁਲ ਸਿਰ ਦੇ ਉੱਤੇ ਆ। ਤੁਸੀਂ ਵੀ ਜਿਹੜੀ ਹੁਣੇ ਚਰਚਾ ਜਿਹੜੀ ਉਹ ਚੀਨ ਨੂੰ ਲੈ ਕੇ ਕਰ ਰਹੇ ਆ, ਇਹ ਇੱਕ ਜ਼ਰੂਰ ਖਤਰੇ ਦਾ ਜਿਹੜੀ ਘੰਟੀ ਆ ਯੂਐਸ ਦੇ ਲਈ ਲਗਾਤਾਰ ਲੌਂਗ ਟਰਮ ਦੇ ਲਈ, ਜਿਹੜੀ ਉਹ ਲਗਾਤਾਰ ਚਾਈਨਾ ਤੋਂ ਜਿਹੜੀ ਉਹ ਹਮੇਸ਼ਾ ਹੀ ਵੱਜਦੀ ਰਹੀ। ਜੀ ਬਿਲਕੁਲ। ਗਵਰਨਮੈਂਟ ਸ਼ਟਡਾਊਨ ਲੂਮਸ ਐਜ਼ ਕਾਂਗਰਸ ਰਿਟਰਨਸ ਵਿਦ ਜਸਟ 3 ਵੀਕਸ ਟੂ ਵਾਈਡ ਇਟ। ਜਿਹੜੀ ਗਵਰਨਮੈਂਟ ਯੂਐਸ ਦੀ ਆ, ਇਹ ਸ਼ਟਡਾਊਨ ਇੱਕ ਵਾਰੀ ਫੇਰ ਹੋ ਸਕਦੀ ਆ, ਕਿਉਂਕਿ ਸਤੰਬਰ 30 ਤੱਕ ਇਹਨਾਂ ਦੇ ਜਿਹੜੇ ਪੈਸੇ ਆ ਉਹ ਮੁੱਕ ਜਾਣੇ ਆ। ਅਕਤੂਬਰ 1 ਨੂੰ ਫੇਰ ਚਾਹੀਦੇ ਹੈਗੇ ਆ। ਪਰ ਲੱਕਲੀ ਹੁਣ 3 ਹਫ਼ਤਿਆਂ ਦੇ ਲਈ ਜੋ ਕਾਂਗਰਸ ਆ ਉਹ ਕੰਮ ਕਰ ਰਹੀ ਆ, ਕਾਂਗਰਸਮੈਨ ਕਾਂਗਰਸ ਵੂਮਨ ਜਿੰਨੇ ਵੀ ਹੈਗੇ ਆ। ਸੋ ਹੋਪਫੁਲੀ ਕੋਈ ਨਾ ਕੋਈ ਜਿਹੜਾ ਸੋਲੂਸ਼ਨ ਆ ਉਹ ਕੱਢ ਲਿਆ ਜਾਊਗਾ। ਤੇ ਅਟੈਕ ਕਿਉਂਕਿ ਇਲੈਕਸ਼ਨ ਵਾਲਾ ਸਮਾਂ ਆ, ਬੜੇ ਥੋੜੇ ਦਿਨ ਰਹਿ ਗਏ ਆ, ਤੇ ਇਸ ਕਰਕੇ ਇੱਕ ਦੂਜੇ ਦੇ ਉੱਤੇ ਡੈਮੋਕ੍ਰੇਟਸ ਤੇ ਰਿਪਬਲਿਕਨ ਅਟੈਕ ਵੀ ਕਰ ਰਹੇ ਆ ਵੀ ਤੁਸੀਂ ਇੱਥੇ ਗਲਤੀ ਕੀਤੀ, ਤੁਸੀਂ ਇੱਥੇ ਕਰ ਰਹੇ ਹੈਗੇ ਆ। ਪਰ ਕਹਿੰਦੇ ਵੀ ਹੁਣ ਸਭ ਤੋਂ ਵੱਡਾ ਕੰਮ, ਸੈਕੰਡ ਬਿਗੇਸਟ ਟਾਸਕ ਜਿਹੜਾ ਕਾਂਗਰਸ ਦਾ ਆ, ਉਹ ਗਵਰਨਮੈਂਟ ਨੂੰ ਫੰਡ ਕਰਦਾ ਹੈਗਾ ਤਾਂ ਕਿ ਸਤੰਬਰ 30 ਤੋਂ ਬਾਅਦ ਜਿਹੜੀ ਆ ਗਵਰਨਮੈਂਟ ਸ਼ਟਡਾਊਨ ਨਾ ਹੋਵੇ। ਹਾਲਾਂਕਿ ਪਿਛਲੇ ਸਮਿਆਂ 'ਚ ਬਹੁਤ ਵਾਰ ਗਵਰਨਮੈਂਟ ਸ਼ਟਡਾਊਨ ਹੁੰਦੀ ਰਹੀ ਆ, ਪਰ ਲੋਕਾਂ ਦਾ ਧਿਆਨ ਜਿਹੜਾ ਆ ਫਿਰ ਉਹ ਟੋਟਲੀ ਉਲਟ ਪਾਸੇ ਨੂੰ ਚਲੇ ਜਾਊਗਾ। ਜੀ, ਗਵਰਨਮੈਂਟ ਨੂੰ ਸ਼ਟਡਾਊਨ ਤੋਂ ਬਚਾਉਣ ਦੇ ਲਈ ਹਰਜੋਤ ਸਿੰਘ ਜੀ ਸਿਰਫ 3 ਵੀਕ ਦਾ ਵਕਤ ਜਿਹੜਾ ਇਹਨਾਂ ਦੇ ਕੋਲ ਰਹਿ ਗਿਆ ਕਾਂਗਰਸ ਦੇ ਕੋਲ। ਹੁਣ ਜਦੋਂ ਵਾਪਸ ਆਏ ਆ ਤੇ ਇਸ ਵਾਰ ਘੱਟ ਚਾਂਸ ਆ ਗਵਰਨਮੈਂਟ ਸ਼ਟਡਾਊਨ ਦੇ ਜਿਹੜੇ ਉਹ ਬਚਣ ਦੇ ਲਈ। ਪਰ ਇੱਕ ਕਾਰਨ ਇਹ ਵੀ ਆ ਸ਼ਾਇਦ ਨਾ ਇਸ ਲਈ ਵੀ ਸ਼ਟਡਾਊਨ ਨਾ ਹੋਵੇ ਕਿਉਂਕਿ ਦੋਨਾਂ ਚੋਂ ਕੋਈ ਵੀ ਪਾਰਟੀ ਆਪਣੇ ਸਿਰ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੀ ਵੀ ਸਾਡੇ ਕਰਕੇ ਗਵਰਨਮੈਂਟ ਸ਼ਟਡਾਊਨ ਹੋਈ ਆ, ਉਹ ਵੀ ਬਿਲਕੁਲ ਐਨ ਇਲੈਕਸ਼ਨਾਂ ਤੋਂ ਮਹੀਨਾ ਪਹਿਲਾਂ। ਸੋ ਲੈਟਸ ਸੀ ਕੀ ਇਸ ਦੇ ਵਿੱਚ ਜਿਹੜਾ ਉਹ ਬਣਦਾ ਆ। 1 ਅਕਤੂਬਰ 2024 ਨੂੰ ਜਦ ਨਵਾਂ ਫਿਸਕਲ ਈਅਰ ਜਿਹੜਾ ਉਹ ਸ਼ੁਰੂ ਹੋਣਾ ਆ ਤੇ ਉਸ ਦੇ ਲਈ ਜਿਹੜੀ ਫੰਡਿੰਗ ਦੇ ਲਈ ਕਿਹੜੇ ਪ੍ਰੋਗਰਾਮ ਚੱਲਦੇ ਰਹਿਣੇ, ਕਿਹੜੇ ਬੰਦ ਹੋਣੇ ਆ, ਕਿਹੜੀਆਂ ਨਵੀਆਂ ਚੀਜ਼ਾਂ ਐਡ ਹੋਣਗੀਆਂ, ਕਿਹੜੀਆਂ ਕੱਟੀਆਂ ਜਾਣਗੀਆਂ, ਉਹ ਇਸ ਟਾਈਮ ਚੱਲ ਰਿਹਾ। ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ ਉਹ ਰਿਪਬਲਿਕਨਸ ਨੂੰ ਗੁਹਾਰ ਲਾ ਰਹੇ ਆ ਭਾਈ ਸ਼ਟਡਾਊਨ ਕਰਾਓ ਜੇ ਉਹਨਾਂ ਦੀਆਂ ਤੁਹਾਡੀਆਂ ਜਿਹੜੀਆਂ ਡਿਮਾਂਡਸ ਆ ਉਹ ਮੀਟ ਨਹੀਂ ਹੁੰਦੀਆਂ। ਤੇ ਉਹਦੇ ਵਿੱਚ ਇਹ ਮੰਗ ਕਰ ਰਹੇ ਆ ਵੀ ਜਿਹੜੇ ਫੈਡਰਲ ਏਜੰਸੀਜ਼ ਚਾਹੇ ਤੇ ਨੈਸ਼ਨਲ ਪਾਰਕਸ ਆ ਉਹਨਾਂ ਦੇ ਜਿਹੜੇ ਸ਼ਟਡਾਊਨ ਹੋਣ ਦੇ ਨਾਲ ਪਬਲਿਕ ਸਰਵਿਸਿਜ਼ ਜਿਹੜੀਆਂ ਉਹ ਲਿਮਿਟ ਹੋਣ ਦੇ ਨਾਲ ਮਿਲੀਅਨਸ ਆਫ ਵਰਕਰਸ ਦੇ ਫਰਲੋ ਹੋਣ ਦੇ ਨਾਲ ਇਲੈਕਸ਼ਨ ਤੋਂ ਪਹਿਲਾਂ ਉਹ ਪ੍ਰੈਜ਼ੀਡੈਂਸ਼ੀਅਲ ਰੇਸ ਦੇ ਉੱਤੇ ਜਿਹੜਾ ਉਹ ਅਸਰ ਜਿਹੜਾ ਉਹ ਜ਼ਰੂਰ ਪੈ ਸਕਦਾ ਹੈਗਾ ਆ। ਸੋ ਜਿਹੜੇ ਐਸਟੈਬਲਿਸ਼ਮੈਂਟ ਆ ਰਿਪਬਲਿਕਨ ਪਾਰਟੀ ਦੀ ਉਹ ਇਸ ਟਾਈਮ ਅੰਡਰ ਪ੍ਰੈਸ਼ਰ ਆ। ਟਰੰਪ ਹੁਣਾਂ ਦੀ ਜਿਹੜੇ ਰਾਈਟ ਵਿੰਗ ਮੈਂਬਰਸ ਆ ਤੇ ਮਾਗਾ ਮੈਂਬਰਸ ਆ ਉਹਨਾਂ ਦੇ ਕੋਲੋਂ ਤੇ ਕਹਿੰਦੇ ਵੀ ਜਿਹੜਾ ਸਟਾਪ ਗੈਪ ਬਿੱਲ ਆ ਇਸ ਨੂੰ 28 ਮਾਰਚ ਤੱਕ ਵੀ ਸਰਕਾਰ ਚੱਲਦੀ ਰਵੇ ਉਸ ਦੇ ਨਾਲ ਜੋੜ ਕੇ ਸੇਵ ਐਕਟ ਦੇ ਨਾਲ ਜਿਹੜਾ ਉਹ ਜੋੜ ਕੇ GOP ਦਾ ਜਿਹੜਾ ਬਿੱਲ ਆ ਜਿਸ ਦੇ ਵਿੱਚ ਸਿਰਫ ਸਿਟੀਜ਼ਨਸ ਹੀ
ਵੋਟ ਪਾ ਸਕਦੇ ਆ। ਵੋਟਿੰਗ ਲਾਜ਼ ਨੂੰ ਜਿਹੜਾ ਓਵਰਹਾਲ ਕਰਨ ਵਾਲਾ ਮਾਮਲਾ ਆ, ਉਹ ਇਸ ਦੇ ਵਿੱਚ ਨਾਲ ਜੋੜ ਕੇ ਜਿਹੜਾ ਉਸਨੂੰ ਪਾਸ ਕਰਾਉਣਾ ਚਾਹੁੰਦੇ ਆ। ਡੈਮੋਕ੍ਰੇਟਸ ਜਿਹੜੇ ਇਸ ਸੇਵ ਐਕਟ ਦੇ ਉਲਟ ਜਿਹੜੇ ਉਹ ਚੱਲ ਰਹੇ ਆ। ਤੇ ਉਹਨਾਂ ਨੇ ਕਿਹਾ ਵੀ ਆਲਰੇਡੀ ਕੋਈ ਵੀ ਇਲੀਗਲ ਨਾਨ ਸਿਟੀਜ਼ਨ ਜਿਹੜਾ ਉਹ ਵੋਟ ਨਹੀਂ ਕਰ ਸਕਦਾ, ਤੇ ਕਹਿੰਦੇ ਵੀ ਇਦਾਂ ਦੀ ਪ੍ਰੈਕਟਿਸ ਦੇ ਨਾਲ ਕੋਈ ਫਰਕ ਜਿਹੜਾ ਉਹ ਨਹੀਂ ਪਊਗਾ। ਸੋ ਲੈਟਸ ਸੀ ਕੀ ਇਸ ਦੇ ਵਿੱਚ ਜਿਹੜਾ ਉਹ ਬਣਦਾ ਹੈ। ਹਾਊਸ ਦੇ ਸਪੀਕਰ ਮਾਈਕ ਜੌਨਸਨ, ਹਾਊਸ ਦੇ ਰਿਪਬਲਿਕਨਸ, ਇਹਨਾਂ ਦੇ ਲਈ ਇੱਕ ਅਹਿਮ ਕਹਿ ਲਓ ਵੀ ਚੁਣੌਤੀ ਇਸ ਟਾਈਮ ਸਾਹਮਣੇ ਹੋਊਗੀ ਵੀ ਸਰਕਾਰ ਨੂੰ ਵੀ ਜਿਹੜਾ ਆ, ਡੈਮੋਕ੍ਰੇਟਸ ਨੂੰ, ਵਾਈਟ ਹਾਊਸ ਨੂੰ ਵੀ ਨਾਲ ਜਿਹੜਾ ਉਹ ਮਿਲਾ ਕੇ ਕਿੱਦਾਂ ਜਿਹੜੀ ਉਹ ਚੱਲਦੇ ਵੀ ਜਿਹੜਾ ਉਹ ਰੱਖਣਾ ਹੈਗਾ ਆ। ਤੇ ਬ੍ਰੇਕ ਤੋਂ ਪਹਿਲਾਂ ਇੱਕ ਹੋਰ ਖਬਰ ਜਿਹੜੀ ਸਾਂਝੀ ਕਰਦੇ ਜਾਈਏ, ਪ੍ਰਿੰਸੈਸ ਆਫ ਵੇਲਜ਼ ਜਿਨ੍ਹਾਂ ਨੂੰ ਕੈਂਸਰ ਹੋਇਆ ਸੀ ਤੇ ਉਹਨਾਂ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਕੈਂਸਿੰਗਟਨ ਪੈਲੇਸ ਤੋਂ, ਵੀ ਕੀਮੋਥੈਰੇਪੀ ਪੂਰੀ ਹੋਣ ਤੋਂ ਬਾਅਦ ਟੋਟਲੀ ਕੈਂਸਰ ਫ੍ਰੀ ਇਸ ਟਾਈਮ ਦੇ ਉੱਤੇ ਹੈਗੇ ਆ। ਸੋ ਇਹ ਲੋਕ ਐਪਰੀਸ਼ੀਏਟ ਵੀ ਕਰ ਰਹੇ ਆ ਉੱਥੇ ਦੇ, ਵੀ ਹਾਂ ਬਿਲਕੁਲ ਓਪਨਲੀ ਉਹਨਾਂ ਨੇ ਦੱਸਿਆ ਵੀ ਮੈਂ ਬਿਮਾਰ ਹੋ ਗਈ ਸੀ ਤੇ ਹੁਣ ਠੀਕ ਵੀ ਹੈਗੀ ਆ। ਸੋ ਕਾਫੀ ਲੋਕ ਜੋ ਪ੍ਰਿੰਸੈਸ ਆਫ ਵੇਲਜ਼ ਆ ਉਹਦੀ ਸਪੋਰਟ ਕਰ ਰਹੇ ਹੈਗੇ ਆ। ਤੇ 9 ਮਹੀਨੇ ਕਹਿੰਦੇ ਵੀ ਸਾਡੇ ਪਰਿਵਾਰ ਦੇ ਲਈ ਬੜਾ ਟਫ ਟਾਈਮ ਸੀ, ਪੂਰੇ ਫੈਮਿਲੀ ਦੇ ਲਈ, ਤੇ ਹੁਣ ਅਸੀਂ ਜਿਹੜਾ ਆ ਪਬਲਿਕ ਦੇ ਵਿੱਚ ਜਾਣ ਦੇ ਲਈ ਕਾਬਲ ਹੈਗੇ ਆ। ਸੋ ਲੋਕਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਉਹ ਲੋਕਾਂ ਦੇ ਨਾਲ ਮਿਲਣਗੇ ਵੀ। ਜੀ। ਤੇ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਕੈਂਟੱਕੀ ਦੇ ਵਿੱਚ ਜਿਹੜੇ ਬੰਦੇ ਦੀ ਭਾਲ ਆ, ਉਹਨੇ ਕਿਹੜਾ ਕਾਂਡ ਨੂੰ ਅੰਜਾਮ ਦਿੱਤਾ ਸੀ, ਉਸ ਦੇ ਬਾਰੇ ਜਿਹੜੀ ਉਹ ਗੱਲ ਕਰਦੇ ਆ। ਇਕਨੋਮੀ ਦੇ ਨਾਲ ਜੁੜੀਆਂ ਹੋਈਆਂ ਹੋਰ ਨਿਊਜ਼ ਵੀ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਵਾਂਗੇ। ਜੁੜੇ ਰਹੋ ਇਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਅੱਜ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੁਰਤ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੰਟਕੀ ਦੇ ਵਿੱਚ ਬੰਦੇ ਦੀ ਭਾਲ ਆ ਜਿਸਨੇ I-75 ਦੇ ਉੱਤੇ ਸ਼ਨੀਚਰਵਾਰ ਦੀ ਸ਼ਾਮੀ ਗੋਲੀकांड ਨੂੰ ਅੰਜਾਮ ਦਿੱਤਾ ਹੈ। 5 ਜਾਣੇ ਜਿਹੜੇ ਆ ਹੁਣ ਤੱਕ ਜ਼ਖਮੀ ਹੋਏ ਇਸ ਦੇ ਵਿੱਚ ਦੱਸੇ ਜਾਂਦੇ ਆ। ਕਹਿੰਦੇ ਵੀ ਜੋਸਫ ਏ ਕਾਊਚ ਨਾਂ ਦਾ ਬੰਦਾ, ਉਸ ਦੀ ਭਾਲ ਪੁਲਿਸ ਨੂੰ ਜਿਹੜੀ ਉਹ ਜਾਰੀ ਆ। ਕਹਿੰਦੇ ਵੀ ਗੋਲੀकांड ਕਰਨ ਤੋਂ ਪਹਿਲਾਂ ਉਸਨੇ ਇੱਕ ਬੰਦੂਕ ਤੇ 1000 ਜਿਹੜੇ ਰਾਉਂਡ ਐਮੂਨੇਸ਼ਨ ਦੇ ਸ਼ਨੀਚਰਵਾਰ ਨੂੰ ਖਰੀਦੇ ਸੀ। I-75 ਦੇ ਉੱਤੇ ਜਿਹੜੀ ਗੋਲੀकांड ਵਾਪਰਿਆ ਆ। ਐਗਜ਼ਿਟ 49 ਜਿਹੜੇ I-75 ਦੇ ਉੱਤੇ ਜਾਂਦੇ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਇਸ ਸ਼ਾਇਦ ਇਲਾਕੇ ਦਾ। ਸ਼ਾਮੀ 5:30 ਵਜੇ ਉੱਥੋਂ ਦੇ ਲੋਕਲ ਟਾਈਮ ਸ਼ਨੀਚਰਵਾਰ ਨੂੰ ਇਹ ਘਟਨਾ ਜਿਹੜੀ ਉਹ ਵਾਪਰੀ ਆ। ਲੰਡਨ ਉਸ ਦੇ ਨਜ਼ਦੀਕ ਜਿਹੜਾ ਇਹ ਸ਼ਹਿਰ ਆ, ਉੱਥੇ ਦਾ ਲੋਕਲ ਸ਼ਹਿਰ ਆ। ਲਾਰਲ ਕਾਉਂਟੀ ਦੇ ਜਿਹੜੇ ਸ਼ੈਰਿਫ ਜੌਨ ਰੂਟ ਨੇ, ਉਹਨਾਂ ਨੇ ਜਿਹੜਾ ਇਸ ਦੇ ਬਾਰੇ ਦੱਸਿਆ ਸੀਗਾ। ਅਥਾਰਟੀਜ਼ ਨੂੰ ਕਹਿੰਦੇ ਇਹ ਨਹੀਂ ਪਤਾ ਵੀ ਉਸਨੇ ਸ਼ੂਟਿੰਗ ਕਿਉਂ ਜਿਹੜੀ ਉਹ ਸਟਾਰਟ ਕੀਤੀ, ਤੇ ਇਹ ਵੀ ਨਹੀਂ ਪਤਾ ਵੀ ਕੀ ਰੋਡ ਰੇਜ ਦਾ ਮਾਮਲਾ ਸੀ ਜਾਂ ਵੈਸੇ ਹੀ ਇਸ ਦੇ ਮਨ ਦੇ ਵਿੱਚ ਇਦਾਂ ਦੀ ਹਿੰਸਾ ਕਰਨ ਦੀ ਕੋਈ ਸਬਬ ਜਿਹੜਾ ਉਹ ਬਣਿਆ ਪਿਆ ਸੀ। ਅਕਾਡੀਓ ਜਿਹੜੇ ਗਿਲਬਰਟ ਅਕਾਡੀਓ ਸਪੋਕਸਪਰਸਨ ਨੇ ਸ਼ੈਰਿਫ ਆਫਿਸ ਦੇ ਉੱਥੋਂ ਦੇ, ਉਹਨਾਂ ਨੇ ਕਿਹਾ ਵੀ ਕਾਊਚ ਨੇ AR-15 ਸਟਾਈਲ ਰਾਈਫਲ ਜਿਹੜੀ ਉਹ ਸ਼ਾਇਦ ਵਰਤੀ, ਜਿਹੜੀ ਉਸਨੇ ਉਸੇ ਦਿਨ ਸਵੇਰੇ ਖਰੀਦੀ ਸੀ। ਨਾਲ ਜਿਹੜੇ 1000 ਜਿਹੜੀਆਂ ਉਹ ਗੋਲੀਆਂ ਵੀ ਖਰੀਦੀਆਂ ਸੀ। ਅਥਾਰਟੀਜ਼ ਨੂੰ ਉਸ ਦੀ ਬੰਦੂਕ ਤੇ SUV ਜਿਹੜੀ ਉਸਦੇ ਨਾਂ ਦੇ ਉੱਤੇ ਰਜਿਸਟਰਡ ਸੀ ਉਹ ਵੀ ਹੁਣ ਤੱਕ ਮਿਲੀ ਆ। 3 ਹੋਰ ਜਾਣੇ ਕਹਿੰਦੇ ਆ ਜ਼ਖਮੀ ਹੋਏ ਆ। 5 ਦੇ ਤਾਂ ਗੋਲੀਆਂ ਲੱਗੀਆਂ ਤੇ 3 ਜਾਣੇ ਜਿਹੜੇ ਕ੍ਰੈਸ਼ਿਸ ਦੇ ਕਰਕੇ, ਕਾਰ ਕ੍ਰੈਸ਼ ਹੋਣ ਕਰਕੇ, ਸ਼ੂਟਿੰਗ ਦੇ ਤੋਂ ਬਚਦੇ ਉਹ ਵੀ ਜਿਹੜੇ ਉਹ ਫੱਟੜ ਹੋਏ ਆ। ਹੁਣ ਤੱਕ ਕੁੱਲ 8 ਜਾਣੇ ਜਿਹੜੇ ਆ ਉਹ ਜ਼ਖਮੀ ਹੋਏ ਦੱਸੇ ਜਾਂਦੇ। ਅਧਿਕਾਰੀਆਂ ਨੇ ਦੱਸਿਆ ਵੀ ਇਹ ਪੇਂਡੂ ਇਲਾਕਾ ਹੈ, ਰੂਰਲ ਇਲਾਕਾ ਆ, ਜੰਗਲਾਤ ਆ ਉੱਥੇ। ਸਾਊਥ ਈਸਟਰਨ ਕੰਟਕੀ ਦਾ ਇਲਾਕਾ ਆ। 7600 ਲੋਕ ਰਹਿੰਦੇ ਆ ਉਸ ਲੰਡਨ ਜਿਹੜਾ ਸ਼ਹਿਰ ਆ ਉੱਥੇ, ਤੇ 75 ਮਾਈਲ ਦੂਰ ਆ ਲੈਕਸਿੰਗਟਨ, ਜੋ ਨਜ਼ਦੀਕ ਦਾ ਇੱਕ ਸਭ ਤੋਂ ਵੱਡਾ ਜਿਹੜਾ ਸ਼ਹਿਰ ਜਿਹੜਾ ਉਹ ਮੰਨਿਆ ਜਾਂਦਾ ਆ। ਜਿਹੜੇ ਕਹਿੰਦੇ ਵੀ ਲੋਕ ਜਾਂਦੇ ਉਹਨਾਂ ਨੂੰ ਪਤਾ ਆ ਵੀ ਐਗਜ਼ਿਟ 49 ਵਨ ਆਫ ਦਾ ਮੋਸਟ ਰਿਮੋਟ ਐਗਜ਼ਿਟਸ ਆ ਇਸ ਪੂਰੇ ਇਲਾਕੇ ਦੇ ਵਿੱਚ। ਇਹਦੇ ਕਰਕੇ ਅੱਜ ਉੱਥੇ ਸਵੇਰੇ ਸਕੂਲਾਂ ਨੂੰ ਵੀ ਕੈਂਸਲ ਕਰ ਦਿੱਤਾ ਗਿਆ ਸੇਫਟੀ ਕੰਸਰਨਸ ਨੂੰ ਲੈ ਕੇ, ਕਿਉਂਕਿ ਜਿਹੜਾ ਸ਼ਨੀਚਰਵਾਰ ਦਾ ਜਿਸਨੇ ਗੋਲੀकांड ਨੂੰ ਅੰਜਾਮ ਦਿੱਤਾ ਆ ਅਜੇ ਤੱਕ ਜਿਹੜਾ ਆ ਉਹ ਫੜਿਆ ਨਹੀਂ ਗਿਆ। ਕਾਊਚ ਬਾਰੇ ਇਹ ਪਤਾ ਲੱਗ ਗਿਆ ਵੀ ਕੈਂਟਕੀ ਦਾ ਹੀ ਇਹ ਜੰਮਿਆ ਪਲਿਆ, ਉੱਥੇ ਦਾ ਹੀ ਰਹਿਣ ਵਾਲਾ ਹੈ, ਤੇ ਨੈਸ਼ਨਲ ਗਾਰਡ ਦੇ ਵਿੱਚ ਇਸਨੇ 4 ਸਾਲ ਕੰਮ ਜਿਹੜਾ ਉਹ ਕੀਤਾ ਆ। ਤੇ ਕਹਿੰਦੇ ਵੀ ਆਪਣੇ ਬਟਾਲੀਅਨ ਦੇ ਵਿੱਚ ਇੰਜੀਨੀਅਰ ਬਟਾਲੀਅਨ ਦਾ ਇਹ ਜਿਹੜਾ ਉਸ ਟਾਈਮ ਦੇ ਉੱਤੇ ਮੈਂਬਰ ਸੀਗਾ। ਲਾ ਐਨਫੋਰਸਮੈਂਟ ਨੇ ਵੀ ਦੱਸਿਆ ਵੀ ਜਿਹੜਾ ਕਾਊਚ ਆ ਉਹ ਰਡਾਰ ਦੇ ਉੱਤੇ ਨਹੀਂ ਸੀ ਪਹਿਲਾਂ ਸ਼ੂਟਿੰਗ ਤੋਂ। ਇਨਵੈਸਟੀਗੇਟਰਸ ਨੇ ਹੁਣ ਤੱਕ ਉਸ ਦੇ ਪਰਿਵਾਰ ਦੇ ਨਾਲ ਇੰਟਰਵਿਊਜ਼ ਜਿਹੜੀਆਂ ਉਹ ਕੀਤੀਆਂ ਇਸ ਬਾਰੇ ਹੋਰ ਜਾਣਨ ਦੇ ਲਈ। ਜਿੱਥੇ ਗੋਲੀकांड ਹੋਇਆ ਇਹ ਉਸ ਤੋਂ 23 ਮੀਲ ਦੂਰ ਰਹਿੰਦਾ ਸੀ। 5 ਫੁੱਟ 10 ਇੰਚ ਇਹ ਲੰਬਾ ਹੈ, 154 ਪਾਉਂਡ ਇਸ ਦਾ ਭਾਰ ਆ। ਤੇ ਚਿੱਟੇ ਮੂਲ ਦਾ ਇਹ ਜਿਹੜਾ ਬੰਦਾ ਹੈ ਜੋਸਫ ਏ ਕਾਊਚ, ਜਿਸਨੇ ਗੋਲੀकांड ਨੂੰ ਅੰਜਾਮ ਦਿੱਤਾ ਆ। ਪੁਲਿਸ ਦੱਸ ਰਹੀ ਹੈ ਵੀ ਭਾਈ ਇਸ ਨੂੰ ਜਿਹੜਾ ਉਹ ਖਤਰਨਾਕ ਹੀ ਜਿਹੜਾ ਉਹ ਹਾਲ ਦੀ ਘੜੀ ਮੰਨਿਆ ਜਾਵੇ, ਤਾਂ ਹੀ ਸਕੂਲ ਵੀ ਉਹਨਾਂ ਨੇ ਬੰਦ ਰੱਖੇ ਆ ਉਸ ਇਲਾਕੇ ਦੇ ਵਿੱਚ। ਤੇ ਜੇ ਕਿਸੇ ਨੂੰ ਦਿਸਦਾ ਆ, ਪਤਾ ਲੱਗਦਾ ਆ, ਤਾਂ ਤੁਰੰਤ 911 ਕਾਲ ਕੀਤੀ ਜਾਵੇ। ਜੀ, ਅਗਲੀ ਖਬਰ ਵੱਲ ਚਲੀਏ। ਦੁਨੀਆ ਦੇ ਵਿੱਚ ਪ੍ਰੋਟੈਸਟ ਹੋਏ ਹੈਗੇ ਆ ਉਸ ਇਸ਼ੂ ਨੂੰ ਲੈ ਕੇ, ਜਿਹੜੀ ਇੱਕ ਡਾਕਟਰ ਬੀਬੀ ਨੂੰ ਕਲਕੱਤੇ ਦੇ ਵਿੱਚ ਜਿਹੜਾ ਆ ਉਹਦਾ ਰੇਪ ਕਰਕੇ ਉਹਨੂੰ ਮਾਰ ਦਿੱਤਾ ਗਿਆ ਸੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਭਾਰਤੀ ਮੂਲ ਦੇ ਲੋਕ ਆ ਬਾਹਰਲੇ ਮੁਲਕਾਂ 'ਚ ਰਹਿੰਦੇ ਆ। 130 ਸ਼ਹਿਰਾਂ ਦੇ ਵਿੱਚ ਤੇ 25 ਮੁਲਕਾਂ 'ਚ ਉਹਨਾਂ ਨੇ ਪਿਛਲੇ ਐਤਵਾਰ ਜਾਣੀ ਕਿ ਕੱਲ ਇਹ ਪ੍ਰੋਟੈਸਟ ਕੀਤੇ ਹੈਗੇ ਆ। ਪਹਿਲਾਂ ਵੱਡੇ ਛੋਟੇ ਤੋਂ ਲੈ ਕੇ ਵੱਡੇ ਗਰੁੱਪ ਜਿਹੜੇ ਆ ਜਾਪਾਨ, ਆਸਟ੍ਰੇਲੀਆ, ਤਾਈਵਾਨ, ਸਿੰਗਾਪੁਰ, US, ਯੂਰਪ, ਕੈਨੇਡਾ, ਇੱਥੇ ਸਾਰੀ ਜਗ੍ਹਾ ਪ੍ਰੋਟੈਸਟ ਹੋਏ ਆ। ਅਗਸਤ 9 ਨੂੰ 31 ਸਾਲਾਂ ਦੀ ਪੋਸਟ ਗ੍ਰੈਜੂਏਟ ਸਟੂਡੈਂਟ ਚੈਸਟ ਮੈਡੀਸਨ ਦੀ, ਜੋ RG ਕਰ ਮੈਡੀਕਲ ਕਾਲਜ ਹੈਗਾ ਆ ਕਲਕੱਤੇ ਦੇ ਵਿੱਚ, ਉੱਥੇ ਪੜ੍ਹਦੀ ਸੀ ਤੇ 36 ਘੰਟੇ ਲਗਾਤਾਰ ਆਪਣੀ ਡਿਊਟੀ ਕਰਨ ਤੋਂ ਬਾਅਦ ਉੱਥੇ ਹੀ ਉਹ ਸੁੱਤੀ ਸੀ, ਜਿੱਥੇ ਉਸ ਦੇ ਨਾਲ ਇੱਕ ਘਿਨਾਉਣੀ ਘਟਨਾ ਵਾਪਰੀ ਤੇ ਉਸ ਨੂੰ ਕਤਲ ਕਰ ਦਿੱਤਾ ਗਿਆ। ਡਬਲਨ ਕੈਲੀਫੋਰਨੀਆ ਦੇ ਵਿੱਚ ਉੱਥੇ ਵੀ ਜਿਹੜਾ ਪ੍ਰੋਟੈਸਟ ਹੋਇਆ, ਸੈਨ ਫਰਾਂਸਿਸਕੋ ਤੋਂ 35 ਮੀਲ ਦੂਰ ਜਿਹੜਾ ਇਹ ਟਾਊਨ ਹੈਗਾ ਆ। ਲੋਕਾਂ ਨੇ ਹੱਥਾਂ ਦੇ ਵਿੱਚ ਪਲੈਕਰਡ ਫੜੇ ਹੋਏ ਸੀ, ਰਿਊਟਰਸ ਰਿਪੋਰਟ ਕਰ ਰਿਹਾ। ਉਹਦੇ ਮੁਤਾਬਕ ਵੀ ਡਿਮਾਂਡ ਜਸਟਿਸ, ਸ਼ਾਊਟ ਇਟ ਲਾਊਡ, ਸ਼ਾਊਟ ਇਟ ਫਾਰ ਜਸਟਿਸ ਫਾਰ RG ਕਰ। ਸਾਰੇ ਤਰ੍ਹਾਂ ਦੇ ਲੋਕ ਸੀ, ਸਾਰੀਆਂ ਏਜ ਗਰੁੱਪ ਦੇ ਸੀ, ਜੰਗ ਤੋਂ ਲੈ ਕੇ ਸੀਨੀਅਰ ਉਹਨਾਂ ਨੇ ਜਿਹੜੇ ਪ੍ਰੋਟੈਸਟ ਕੀਤੇ ਹੈਗੇ ਆ।
ਕਹਿੰਦੇ ਪਈ ਜਿਹੜੀ ਬੀਬੀਆਂ ਦੀ ਸੇਫਟੀ ਆ ਉਹ ਬਹੁਤ ਜ਼ਰੂਰੀ ਹੈਗੀ ਇੰਡੀਆ ਦੇ ਵਿੱਚ। ਪਰ ਤੁਹਾਨੂੰ ਪਤਾ ਹੀ ਆ ਵੀ ਕੀ ਕਹਿੰਦੇ ਵੀ ਕਿਸ ਤਰ੍ਹਾਂ ਅਸੀਂ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਸ ਹੈਗੀਆਂ ਆ ਉਹ ਇਦਾਂ ਦੀਆਂ ਇੰਸਟੀਟਿਊਸ਼ਨ ਦੇ ਵਿੱਚ ਆਪਣੀ ਬੱਚੀਆਂ ਨੂੰ ਉੱਥੇ ਭੇਜ ਸਕਦੇ ਆ ਜਿੱਥੇ ਉਹ ਸੇਫ ਫੀਲ ਕਰਨ ਤੇ ਉਹਨਾਂ ਨੂੰ ਜਿਹੜੀ ਗੁੱਡ ਐਜੂਕੇਸ਼ਨ ਮਿਲ ਜਾਵੇ। ਸਵੀਡਨ ਦੀ ਕੈਪੀਟਲ ਸਟਾਕਹੋਮ, ਉੱਥੇ ਵੀ ਜਿਹੜਾ ਪ੍ਰੋਟੈਸਟ ਹੋਇਆ, ਲੋਕਾਂ ਨੇ ਕਾਲੇ ਕੱਪੜੇ ਜਿਹੜੇ ਪਾਏ ਹੋਏ ਸੀਗੇ। ਇਸ ਤੋਂ ਬਿਨਾਂ ਯੂਰਪ ਦੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿਹੜੇ ਇਹ ਪ੍ਰੋਟੈਸਟ ਹੋਏ ਹੈਗੇ ਆ। ਸੋ ਹਜੇ ਤੱਕ ਚਾਰਜਸ ਫਾਈਲ ਨਹੀਂ ਕੀਤੇ ਗਏ। ਇੰਡੀਆ ਦੀ ਜਿਹੜੀ ਫੈਡਰਲ ਪੁਲਿਸ ਆ ਉਹ ਇਨਵੈਸਟੀਗੇਟ ਕਰ ਰਹੀ ਹੈਗੀ ਆ ਤੇ ਜੋ ਉੱਥੇ ਦੀ ਸੁਪਰੀਮ ਕੋਰਟ ਹੈਗੀ ਆ ਉਹਨਾਂ ਨੇ ਇੱਕ ਹਸਪੀਟਲ ਸੇਫਟੀ ਟਾਸਕ ਫੋਰਸ ਜਿਹੜੀ ਆ ਪਿਛਲੇ ਮਹੀਨੇ ਦੇ ਵਿੱਚ ਕ੍ਰੀਏਟ ਕੀਤੀ ਹੈਗੀ ਆ। ਜੀ ਬਿਲਕੁਲ। ਤੇ ਅਗਲੀ ਜਿਹੜੀ ਹਰਜੀਤ ਸਿੰਘ ਜੀ ਇਕਨੋਮੀ ਦੇ ਨਾਲ ਸੰਬੰਧਿਤ ਗੱਲ ਕਰਦੇ ਜਾਈਏ, ਜੈਨੇਟ ਯੈਲਨ ਹੁਣਾਂ ਦਾ ਬਿਆਨ ਬੜੇ ਚਿਰਾਂ ਬਾਅਦ ਅੱਜ ਸੁਣਨ ਨੂੰ ਮਿਲਿਆ ਆ। ਆਪਾਂ ਨੂੰ ਪਤਾ ਵੀ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਵੀ ਇੰਟਰਸਟ ਰੇਟ ਘੱਟ ਕਰਨ ਵਾਲੇ ਆ ਤੇ ਹੁਣ ਇਸੇ ਹੀ ਪ੍ਰਸ਼ਾਸਨ ਦੇ ਆ, ਸੋ ਇਸ ਪ੍ਰਸ਼ਾਸਨ ਦੀਆਂ ਸਿਫਤਾਂ ਵੀ ਇਹਨਾਂ ਨੂੰ ਕਰਨੀਆਂ ਹੀ ਪੈਣੀਆਂ, ਉਹ ਕਰ ਰਹੇ ਆ। ਟ੍ਰੈਜਰੀ ਸਕੱਤਰ ਜਿਹੜੇ ਜੈਨੇਟ ਯੈਲਨ ਆ ਉਹ ਕਹਿੰਦੇ ਆ ਵੀ ਯੂਐਸ ਦੀ ਇਕਨੋਮੀ ਇਸ ਟਾਈਮ ਠੀਕ ਠਾਕ ਆ, ਸਿਹਤਮੰਦ ਆ ਤੇ ਪਿਛਲੇ ਮਹੀਨਿਆਂ ਦੇ ਵਿੱਚ ਜਿਹੜਾ ਜੌਬਸ ਡਾਟਾ ਜਿਹੜਾ ਠੰਡਾ ਆਇਆ ਆ ਉੱਥੋਂ ਕਹਿੰਦੇ ਵੀ ਇਹੀ ਇਸ਼ਾਰਾ ਮਿਲ ਰਿਹਾ ਵੀ ਆਪਾਂ ਜਿਹੜੀ ਆ ਸੌਫਟ ਲੈਂਡਿੰਗ ਦੇ ਵੱਲ ਨੂੰ ਜਾ ਰਹੇ ਆ, ਨਾ ਕਿ ਰਿਸੈਸ਼ਨ ਵੱਲ ਨੂੰ। ਇਹ ਇਹਨਾਂ ਦਾ ਬਿਆਨ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਜਾਂ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਇਦਾਂ ਦਾ ਜਿਹੜਾ ਆਇਆ ਸੀ। ਉਸ ਤੋਂ ਬਾਅਦ ਇਦਾਂ ਸੀਗਾ ਵੀ ਲੰਬੀ ਛੁੱਟੀ ਦੇ ਕਿਤੇ ਜਿਹੜੇ ਉਹ ਚਲੇ ਗਏ। ਇਹਨਾਂ ਦੇ ਬਹੁਤ ਘੱਟ ਬਿਆਨ ਜਿਹੜੇ ਉਹ ਦੇਖਣ ਨੂੰ ਜਾਂ ਇਹ ਪਬਲਿਕ ਦੇ ਵਿੱਚ ਜਿਹੜੇ ਉਹ ਘੱਟ ਜਿਹੜੇ ਰਹੇ ਆ, ਜਾਂ ਫਿਰ ਕੋਈ ਇਦਾਂ ਦੀ ਗੱਲ ਨਹੀਂ ਕਹੀ ਜਿਹਦੇ ਕਰਕੇ ਬਾੜੀ ਜਿਹੜੀ ਉਹ ਗੱਲ ਬਣੀ ਹੋਵੇ। ਜੈਨੇਟ ਯੈਲਨ ਨੇ ਕਿਹਾ ਵੀ ਯੂਐਸ ਦੇ ਵਿੱਚ ਜਿਹੜੀਆਂ ਹੁਣ ਅੱਗੇ ਤੁਹਾਨੂੰ ਹੋਰ ਲੇਆਫਸ, ਜਿਹੜੀਆਂ ਮੀਨਿੰਗਫੁਲ ਲੇਆਫਸ ਆ ਉਹ ਨਹੀਂ ਮਿਲਣਗੀਆਂ ਤੇ ਇਕਨੋਮੀ ਇਸ ਟਾਈਮ ਰਿਕਵਰੀ ਮੋਡ ਦੇ ਵਿੱਚ ਪੂਰੀ ਤਰ੍ਹਾਂ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਲੋਕਾਂ ਦਾ ਭਰੋਸਾ ਬਣਾਉਣ ਦੇ ਲਈ ਜਾਂ ਬੰਨਣ ਦੇ ਲਈ ਜਿਹੜੇ ਜੈਨੇਟ ਯੈਲਨ ਹੁਣਾਂ ਦਾ ਇਹ ਜਿਹੜਾ ਇਹ ਬਿਆਨ ਇਸ ਟਾਈਮ ਆਇਆ ਹੈਗਾ ਆ। ਸੋ ਕਹਿੰਦੇ ਵੀ ਆਪਾਂ ਦੇਖਿਆ ਸੀਗਾ ਵੀ ਸ਼ੁਰੂਆਤ ਦੇ ਵਿੱਚ ਕਿਸ ਤਰੀਕੇ ਦੇ ਨਾਲ ਹਾਇਰਿੰਗ ਫਰੈਂਜ਼ੀ ਜਿਹੜੀ ਉਹ ਦੇਖੀ ਸੀ, ਉਹ ਹੁਣ ਟੋਟਲੀ ਜਿਹੜੀ ਇਸ ਟਾਈਮ ਘਟ ਚੁੱਕੀ ਆ ਤੇ ਆਪਾਂ ਮੀਨਿੰਗਫੁਲ ਲੇਆਫਸ ਜਿਹੜੀਆਂ ਉਹ ਦੇਖ ਰਹੇ ਆ। ਸੋ ਭਾਈ ਜਿਨ੍ਹਾਂ ਦੀਆਂ ਜੌਬਸ ਜਾ ਰਹੀਆਂ ਆ, ਜੈਨੇਟ ਯੈਲਨ ਕਹਿ ਰਹੀ ਹੈ ਵੀ ਨਹੀਂ ਇਹ ਲੋੜ ਹੀ ਸੀਗੀ, ਇਹ ਮੀਨਿੰਗਫੁਲ ਸੀਗੀਆਂ ਤਾਂ ਤੁਹਾਨੂੰ ਲੇਆਫ ਜਿਹੜਾ ਉਹ ਕਰ ਰਹੇ ਆ। ਸੋ ਇਹ ਦੇਖੋ ਕਿੱਦਾਂ ਲੋਕਾਂ ਨੂੰ ਟਵਿਸਟ ਜਿਹੜਾ ਉਹ ਕਰ ਦਿੰਦੇ ਆ। ਜੇ ਇੱਕ ਬੰਦੇ ਦੀ ਜਿਹੜੀ ਰੋਜੀ ਰੋਟੀ ਚਲੇ ਜਾਂਦੀ ਹੈ ਤੇ ਉਹਨੂੰ ਮੀਨਿੰਗਫੁਲ ਲੇਆਫ ਕਹਿ ਕੇ ਜਿਹੜੇ ਆ ਲੋਕਾਂ ਨੂੰ ਪਤਾ ਨਹੀਂ ਉਹਦਾ ਚਾਰ ਪਾਉਣਾ ਲੋਕਾਂ ਨੇ ਜਾਂ ਕੀ ਜਿਹੜਾ ਉਸ ਦੇ ਵਿੱਚ ਕਰਨਗੇ। ਬਾਕੀ ਇਕਨੋਮੀ ਨੂੰ ਲੈ ਕੇ ਆਪਾਂ ਦੇਖਿਆ ਵੀ ਪਿਛਲੇ ਮਹੀਨੇ ਦੇ ਜਿਹੜੇ ਆંકੜੇ ਆ ਉਹ ਵੀ ਇੰਨੇ ਗੁੱਡ ਤਾਂ ਨਹੀਂ ਆ। 1,42,000 ਹੀ ਜਿਹੜੀਆਂ ਨਾਨ ਫਾਰਮ ਜੌਬਸ ਉਹ ਕ੍ਰੀਏਟ ਹੋਈਆਂ ਆ। ਇਹਦੇ ਕਰਕੇ ਆਪਾਂ ਇਹ ਵੀ ਦੇਖਿਆ ਸੀਗਾ ਵੀ ਪਿਛਲੇ ਵੀਕ ਦੇ ਵਿੱਚ ਸਟਾਕ ਮਾਰਕੀਟ ਕਾਫੀ ਜ਼ਿਆਦਾ ਥੱਲੇ ਵੱਲ ਨੂੰ ਵੀ ਜਿਹੜੀ ਗਈ ਸੀਗੀ। ਡਾਓ ਜੋਨ ਵਾਲੇ ਮੰਨਦੇ ਸੀਗੇ ਵੀ 1,61,000 ਜਿਹੜੀਆਂ ਜੌਬਸ ਕ੍ਰੀਏਟ ਹੋਣਗੀਆਂ, ਪਰ ਉਸ ਤੋਂ ਵੀ ਤਕਰੀਬਨ 20,000 ਦਾ ਆંકੜਾ ਘੱਟ ਜਿਹੜਾ ਉਹ ਨਜ਼ਰ ਜਿਹੜਾ ਹੋ ਆਇਆ ਆ। ਅਨਇੰਪਲੋਇਮੈਂਟ ਦੀ ਜਿਹੜੀ ਦਰ ਆ 4.2% ਦੇ ਉੱਤੇ ਜਿਹੜੀ ਉਹ ਰਹੀ ਹੈਗੀ ਆ। ਸੋ ਸਟਾਕ ਮਾਰਕੀਟ ਦੇ ਵਿੱਚ ਆਪਾਂ ਦੇਖਿਆ ਵੀ ਸੈਲ ਆਫ ਜਿਹੜਾ ਉਹ ਕਾਫੀ ਹੋਇਆ ਆ। ਪਰ ਅੱਜ ਜਿਹੜਾ ਹਰਜੋਤ ਸਿੰਘ ਜੀ ਡਾਓ ਜੋਨ ਇੱਕ ਵਾਰੀ ਫਿਰ ਇਹਨਾਂ ਦੇ ਬਿਆਨ ਜੇ ਆਇਆ ਆ, ਇਸ ਦੀ ਚਰਚਾ ਜਿਹੜੀ ਚੱਲੀ ਆ ਤੇ 600 ਪੁਆਇੰਟ ਅੱਜ ਤਾਂ ਵੱਲ ਨੂੰ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ 1.5% ਇਸ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਤੇ S&P 500 ਵੀ 1.2% ਉੱਤੇ ਚੱਲ ਰਿਹਾ, ਜਿਸ ਟਾਈਮ ਦੇ ਉੱਤੇ ਆਪਾਂ ਹੁਣ ਤੁਹਾਡੇ ਨਾਲ 9:45 ਵਜੇ ਸਵੇਰ ਦੇ ਕੈਲੀਫੋਰਨੀਆ ਦੇ ਟਾਈਮ ਦੇ ਹਿਸਾਬ ਦੇ ਨਾਲ ਗੱਲ ਕਰ ਰਹੇ ਹੈਗੇ ਆ। ਹਰਜੋਤ ਸਿੰਘ ਦੀ ਆਵਾਜ਼ ਨਹੀਂ ਆ ਰਹੀ। ਅਗਲੀ ਖਬਰ ਵੱਲ ਚੱਲੀਏ ਤੇ ਜੇ ਮਾਰਗੇਜ ਦੇ ਰੇਟਸ ਨੂੰ ਲੈ ਕੇ ਗੱਲਬਾਤ ਕਰੀਏ, USA ਦੇ ਵਿੱਚ ਮਾਰਗੇਜ ਦੇ ਰੇਟਸ ਕਹਿੰਦੇ ਵੀ ਆਲਮੋਸਟ 1 ਪੁਆਇੰਟ ਡਾਊਨ ਗਏ ਹੈਗੇ ਆ ਇਸ ਕੁਆਟਰ ਦੇ ਵਿੱਚ, 98 ਬੇਸਿਸ ਪੁਆਇੰਟ। ਸੋ ਲੋਕ ਧੜਾ-ਧੜ ਜਿਹੜੇ ਰੀਫਾਈਨਾਂਸ ਕਰ ਰਹੇ, ਪਰ ਹਜੇ ਫੈਡਰਲ ਰਿਜ਼ਰਵ ਬੋਰਡ ਨੇ ਇੰਟਰਸਟ ਰੇਟ ਲੋਅ ਕਰਨ ਦੇ ਲਈ ਅਨਾਉਂਸ ਕਰਨਾ। ਸੋ ਲੱਗਦਾ ਆ ਵੀ ਹੋਰ ਇੰਟਰਸਟ ਰੇਟ ਜਿਹੜੇ ਆ ਉਹ ਡਾਊਨ ਜਾਣਗੇ। ਯਾਹੂ ਫਾਈਨਾਂਸ ਦੇ ਮੁਤਾਬਕ ਜ਼ੀਲੋ ਨੇ ਜੋ ਡਾਟਾ ਰਿਲੀਜ਼ ਕੀਤਾ, ਉਹਨਾਂ ਨੇ ਕਿਹਾ ਵੀ 30 ਈਅਰ ਫਿਕਸਡ ਮਾਰਗੇਜ ਰੇਟ ਰਾਈਟ ਨਾਓ ਜਿਹੜੇ ਆ 5.77% ਦੇ ਉੱਤੇ ਆ ਤੇ 15 ਸਾਲਾਂ ਦੇ ਜਿਹੜੇ ਮਾਰਗੇਜ ਰੇਟ ਆ ਉਹ 5.07%
ਪਰਸਨ ਦੇ ਉੱਤੇ ਹੈਗੇ ਆ। ਸੋ ਕਹਿੰਦੇ ਪਏ ਗੁੱਡ ਟਾਈਮ ਆ ਘਰ ਖਰੀਦਣ ਦੇ ਲਈ, ਇਹ ਜ਼ੀਲੋ ਤੇ ਯਾਹੂ ਫਾਈਨਾਂਸ ਜੋ ਆ ਉਹ ਦੱਸ ਰਹੇ ਹੈਗੇ। ਹੁਣ ਦੇਖੋ ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਇਕਨੋਮੀ ਦੇ ਨਾਲ ਹੀ ਆ, ਦੋ ਜਿਹੜੀਆਂ ਵੱਖੋ ਵੱਖਰੇ ਵਿਚਾਰਧਾਰਾਵਾਂ ਨੇ ਅਗਲੇ ਜਿਹੜੇ ਇੰਟਰਸਟ ਰੇਟ ਕੱਟਸ ਨੂੰ ਲੈ ਕੇ ਆ। ਜਾਰਜ ਲਗੈਰਿਸ ਇਹ ਚੀਫ ਇਕਨੋਮਿਸਟ ਨੇ ਫੋਰਵਿਜ਼ ਮਾਜ਼ਰਸ ਦੇ, ਇਹ ਡਿਸਕਸ ਕਰ ਰਹੇ ਸੀ ਫੈਡਰਲ ਰਿਜ਼ਰਵ ਦੀ ਜਿਹੜੀ ਪਾਲਿਸੀ ਆ। ਕਹਿੰਦੇ ਵੀ ਜੇ ਫੈਡਰਲ ਰਿਜ਼ਰਵ ਦਾ ਰੇਟ ਕੱਟ 50 ਬੇਸਿਸ ਪੁਆਇੰਟ ਦੇ ਉੱਤੇ ਹੁੰਦਾ ਆ ਤੇ ਉਹ ਮਾਰਕੀਟ ਦੇ ਲਈ ਬਹੁਤ ਜ਼ਿਆਦਾ ਖਤਰਨਾਕ ਜਿਹੜਾ ਉਹ ਹੋਊਗਾ। ਇੱਕ ਪਾਸੇ ਹੁਣ ਦੂਜੇ ਜਿਹੜੇ ਐਨਾਲਿਸਟ ਆ ਉਹ ਕਹਿੰਦੇ ਵੀ 50 ਬੇਸਿਸ ਪੁਆਇੰਟ ਦਾ ਜਿਹੜਾ ਕੱਟ ਆ ਇਹਦੇ ਨਾਲ ਕੋਈ ਖਤਰੇ ਦੀ ਜਿਹੜੀ ਆ ਉਹ ਨੁਕਸਾਨ ਜਿਹੜਾ ਉਹ ਨਹੀਂ ਹੋਊਗਾ। ਤੇ ਪਰ ਕਹਿੰਦੇ ਵੀ ਜੇ 50 ਬੇਸਿਸ ਪੁਆਇੰਟ ਐਕਚੁਅਲ ਦੇ ਵਿੱਚ ਇੰਟਰਸਟ ਰੇਟ ਘਟਦਾ ਆ ਤਾਂ ਇਹਦਾ ਮਤਲਬ ਇਹ ਆ ਵੀ 16 ਸਾਲਾਂ ਦੇ ਵਿੱਚ ਪਹਿਲੀ ਵਾਰ ਐਡਾ ਵੱਡਾ ਜਿਹੜਾ ਆਪਾਂ ਇੰਟਰਸਟ ਰੇਟ ਡ੍ਰੌਪ ਆ ਉਹ ਯੂਐਸ ਦੇ ਵਿੱਚ ਦੇਖਣ ਨੂੰ ਮਿਲੂਗਾ। ਜਿਹੜੇ ਲੋਕ ਇਹ ਸੋਚ ਰਹੇ ਹੋਣਗੇ ਵੀ ਹੁਣ 0.5% ਕਿਤੇ ਇੰਟਰਸਟ ਰੇਟ ਘਟ ਜਾਊਗਾ, ਲੱਗਦਾ ਨਹੀਂ ਵੀ ਆਪਾਂ ਉਹ ਵਾਲੇ ਆંકੜੇ ਨੂੰ ਕਿਤੇ ਛੂ ਪਾਵਾਂਗੇ। ਸੋ 50 ਬੇਸਿਸ ਪੁਆਇੰਟ ਹੀ ਮੈਕਸਿਮਮ ਜੋ ਇਸ ਟਾਈਮ ਨਜ਼ਰ ਆ ਰਿਹਾ ਆ ਮਾਰਕੀਟ ਦੇ ਵਿੱਚ, ਜੋ ਚਰਚਾ ਆ ਜਾਂ ਜਿੱਦਾਂ ਦੀ ਜਿਹੜੀ ਇਹ ਗੱਲ ਤੁਰੀ ਆ ਵੀ 0.5% ਜਿਹੜਾ ਇੰਟਰਸਟ ਰੇਟ ਆ ਉਸ ਨੂੰ ਕਟੌਤੀ ਜਿਹੜੀ ਉਹ ਕੀਤੀ ਜਾ ਸਕਦੀ ਆ। ਇੱਕ ਚੀਜ਼ ਜਿਹੜੀ ਉਹ ਜ਼ਰੂਰ ਆ ਵੀ ਫੈਡ ਨੇ ਕਿਹਾ ਵੀ ਭਾਈ ਅਸੀਂ ਤਾਂ ਜਿਹੜੇ ਪਾਲਿਸੀ ਮੇਕਰ ਜਿਹੜੇ ਉਹਨਾਂ ਨੇ ਕਿਹਾ ਆ ਵੀ ਉਹ ਰੈਡੀ ਨੇ ਇੰਟਰਸਟ ਰੇਟਸ ਦੀ ਜਿਹੜੀ ਕੱਟ ਆ ਉਸ ਨੂੰ ਸਟਾਰਟ ਕਰਨ ਦੇ ਲਈ। ਜੈਨਟ ਯੈਲਨ ਉਹਨਾਂ ਦੇ ਵੀ ਬਿਆਨ ਦੇ ਉੱਤੇ ਆਪਾਂ ਚਰਚਾ ਕਰ ਹਟੇ ਆ ਤੇ ਪਰ ਆਪਾਂ ਨੂੰ ਦੋਨੋਂ ਤਰਫਾਂ ਦੇ ਜਿਹੜੇ ਐਨਾਲਿਸਟ ਆ ਉਹ ਉਹਨਾਂ ਦੀਆਂ ਗੱਲਾਂ ਦੇਖਣ ਨੂੰ ਜਿਹੜੀਆਂ ਮਿਲੀਆਂ ਆ। 50 ਬੇਸਿਸ ਪੁਆਇੰਟ ਦੇ ਉੱਤੇ ਇੱਕ ਕਹਿੰਦੇ ਵੀ ਬਹੁਤ ਖਤਰਨਾਕ ਹੋਊਗਾ, ਇੱਕ ਕਹਿੰਦਾ ਵੀ ਇਹਦੇ ਨਾਲ ਕੋਈ ਬਾਹੜੀ ਜਿਹੜੀ ਖਤਰੇ ਵਾਲੀ ਗੱਲ ਨਹੀਂ ਹੋਊਗੀ। ਬਾਕੀ ਹੋਣਾ ਕੀ ਆ ਉਹ ਭਵਿੱਖ ਦੇ ਗਰਭ ਦੇ ਵਿੱਚ ਹੀ ਆ। ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹੋਰ ਡਿਸਕਸ ਕਰਦੇ ਹਾਂ ਕੀ ਕੁਝ ਵਾਪਰ ਰਿਹਾ ਦੁਨੀਆ ਦੇ ਵਿੱਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੁਤ ਪ੍ਰੋਗਰਾਮ ਅਪਡੇਟ ਅਮਰੀਕਾ ਚ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਆਪਾਂ ਜਿਹੜੀ ਸਾਡੀ ਸਟੇਟ ਕੈਲੀਫੋਰਨੀਆ ਉਹਦੀ ਸਾਂਝੀ ਕਰਦੇ ਜਾਈਏ। ਪਿਛਲੇ ਵੀਕਐਂਡ ਦੇ ਦੌਰਾਨ ਜਾਣੀ ਕਿ ਸੈਚਰਡੇ ਤੇ ਸੰਡੇ ਬਹੁਤ ਤੇਜ਼ੀ ਦੇ ਨਾਲ ਸਦਰਨ ਕੈਲੀਫੋਰਨੀਆ ਦੇ ਵਿੱਚ ਅੱਗਾਂ ਜਿਹੜੀਆਂ ਕਾਫੀ ਅੱਗਾਂ ਵਧੀਆਂ ਹੈਗੀਆਂ। ਕਹਿੰਦੇ ਪਈ ਇੱਕ ਟਾਈਮ ਦੇ ਉੱਤੇ ਤਾਂ ਸਿਚੁਏਸ਼ਨ ਇਹ ਬਣੀ ਵੀ 36,000 ਦੇ ਕਰੀਬ ਸਟਰਕਚਰਸ ਜਿਨ੍ਹਾਂ ਦੇ ਵਿੱਚ ਸਿੰਗਲ ਫੈਮਿਲੀ ਹੋਮ ਆ, ਅਪਾਰਟਮੈਂਟਸ ਆ, ਉਹ ਇਹਦੀ ਭੇਂਟ ਚੜ ਸਕਦੀਆਂ ਹੈਗੀਆਂ। ਕਹਿੰਦੇ ਪਈ 20,553 ਏਕੜ ਸੈਨ ਬਰਨਾਰਡੀਨੋ ਜਿਹੜੀ ਲਾਈਨ ਫਾਇਰ ਆ ਉਹਦੀ ਭੇਂਟ ਚੜ ਗਏ ਹੈਗੇ ਆ। ਆਲਰੇਡੀ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟਰੀ ਤੇ ਫਾਇਰ ਪ੍ਰੋਟੈਕਸ਼ਨ ਵਾਲਿਆਂ ਨੇ ਦੱਸਿਆ ਹੈਗਾ। ਐਲਏ ਕਾਉਂਟੀ ਦੇ ਵਿੱਚ ਬ੍ਰਿਜ ਫਾਇਰ 800 ਏਕੜ ਤੇਜ਼ੀ ਦੇ ਨਾਲ ਫੈਲ ਗਈ ਆ ਤੇ 0% ਕੰਟੇਨਡ ਆ। ਪਹਿਲੀ ਵੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਲਾਈਨ ਫਾਇਰ, ਉਹ ਵੀ 0% ਕੰਟੇਨਡ ਹੈਗੀ ਆ। ਸਿਚੁਏਸ਼ਨ ਇੰਨੀ ਬੈਡ ਸੀ, ਸ਼ਨੀਚਰਵਾਰ ਨੂੰ ਪਈ ਬਹੁਤ ਜ਼ਿਆਦਾ ਜਿਹੜੀ ਬਿਜਲੀ ਪਈ ਆ। 282 ਵਾਰ ਲਾਈਟਨਿੰਗ ਸਟ੍ਰਾਈਕ ਹੋਈ ਆ ਹਾਈਲੈਂਡ ਤੇ ਬਿਗ ਬੀਅਰ ਵਾਲਾ ਏਰੀਆ ਜਿਹੜਾ ਉੱਥੇ। ਸੋ ਟੈਂਪਰੇਚਰ ਬੜਾ ਹਾਈ ਸੀ, 80 ਡਿਗਰੀ ਤੋਂ ਲੈ ਕੇ 100 ਡਿਗਰੀ ਤਾਈਂ। ਹੋਪਫੁਲੀ ਥੋੜਾ ਜਿਹਾ ਜਿਹੜਾ ਟੈਂਪਰੇਚਰ ਆ ਉਹ ਇਸ ਵੀਕ ਘਟੂਗਾ। ਵੁੱਡਲੈਂਡ ਹਿਲਸ ਦੇ ਵਿੱਚ ਜਿਹੜਾ ਟੈਂਪਰੇਚਰ ਆ ਉਹ 111 ਡਿਗਰੀ ਸੀ। 1979 ਦੇ ਵਿੱਚ ਇੰਨਾ ਜਿਹੜਾ ਟੈਂਪਰੇਚਰ ਪਹੁੰਚਿਆ ਸੀ। ਲੌਂਗ ਬੀਚ ਦਾ ਜਿਹੜਾ 에ਅਰਪੋਰਟ ਆ ਉੱਥੇ 106 ਡਿਗਰੀ ਜਿਹੜਾ ਟੈਂਪਰੇਚਰ ਪਹੁੰਚਿਆ ਹੋਇਆ ਸੀ। ਰਿਵਰ ਸਾਈਡ ਨੇ 110 ਡਿਗਰੀ ਟੈਂਪਰੇਚਰ ਹਿੱਟ ਕੀਤਾ ਆ। 1944 ਦੇ ਵਿੱਚ ਅੱਜ ਦੇ ਦਿਨ ਜਿੱਦਾਂ ਵੀਕਐਂਡ ਦੇ ਦੌਰਾਨ 109 ਡਿਗਰੀ ਉੱਥੇ ਟੈਂਪਰੇਚਰ ਸੀਗਾ ਜੀ। ਲਾਈਨ ਫਾਇਰ ਆਲਰੇਡੀ 20,000 ਏਕੜ ਤੋਂ ਉੱਤੇ ਪਹੁੰਚ ਚੁੱਕੀ ਆ ਤੇ ਹਾਲਾਤ ਜਿਹੜੇ ਉਹ ਮਾੜੇ ਹੀ ਆ। ਕੁੱਲ 14 ਜਿਹੜੇ ਸਟਰਕਚਰ ਆ ਹੁਣ ਤੱਕ ਆਲਰੇਡੀ ਨਸ਼ਟ ਜਿਹੜੇ ਉਹ ਹੋ ਚੁੱਕੇ ਹੈਗੇ ਆ। ਇੱਕ ਜਿਹੜੀ ਹੋਰ ਖਬਰ ਨੈਚੁਰਲ ਡਿਜ਼ਾਸਟਰ ਦੀ ਵੀਅਤਨਾਮ ਤੋਂ ਜਿਹੜੀ ਉਹ ਆ ਰਹੀ ਆ। ਉੱਥੇ ਟਾਈਫੂਨ ਯਾਗੀ ਦੇ ਕਰਕੇ ਦਰਜਨਾਂ ਹੀ ਲੋਕਾਂ ਦੀਆਂ ਮੌਤਾਂ ਹੋਈਆਂ ਆ ਤੇ ਬਹੁਤ ਜ਼ਿਆਦਾ ਜਿਹੜੇ ਆ ਫਲੱਡਸ ਜਿਹੜੇ ਉਹ ਆਏ ਆ, ਹੜ੍ਹ ਆਏ ਆ ਤੇ ਨਾਲ ਜਿਹੜੇ ਜ਼ਮੀਨ ਧੱਸਣ ਦੇ ਜਿਹੜੇ ਆ ਖਬਰਾਂ ਰਿਪੋਰਟਸ ਆ ਉਹ ਆਈਆਂ ਨੇ। 49 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ। 22 ਜਣੇ ਅਜੇ ਵੀ ਲਾਪਤਾ ਦੱਸੇ ਜਿਹੜੇ ਉਹ ਜਾ ਰਹੇ ਨੇ। ਸੋ ਯਾਗੀ ਦੇ ਕਰਕੇ ਕਹਿੰਦੇ ਵੀ ਲੱਖਾਂ ਹੀ ਲੋਕਾਂ ਦੇ ਘਰਾਂ ਦੀ, ਕੰਪਨੀਆਂ ਦੀ ਜਿਹੜੀ ਬਿਜਲੀ ਆ ਉਹ ਵੀ ਗੁੱਲ ਆ।
ਹਾਈਵੇਜ਼ ਉੱਥੇ ਜਿਹੜੀ ਆ ਪੂਰੀ ਤਰ੍ਹਾਂ ਫਲੱਡ ਹੋਏ ਪਏ ਆ। ਸਾਊਥ ਕੋਰੀਆ ਦੀ ਜਿਹੜੀ LG ਦੀ ਕੰਪਨੀ ਆ, ਉਹਦੀ ਜਿਹੜੀ ਕੰਧ ਆ, ਕਹਿੰਦੇ ਵੀ ਇੰਨੇ ਭਾਰੀ ਮੀਂਹ ਤੇ ਇਸ ਜਿਹੜੇ ਉਸਦੇ ਕਰਕੇ, ਟਾਈਫੂਨ ਦੇ ਕਰਕੇ, ਉਹ ਵੀ ਜਿਹੜੀ ਉਹ ਟੁੱਟ ਕੇ ਡਿੱਗ ਪਈ ਹੈਗੀ ਆ। ਸੋ ਉੱਥੇ ਦਾ ਇੱਕ ਪ੍ਰੋਵਿੰਸ ਆ, ਸੂਬਾ ਆ ਫੂਥਾਓ, ਉੱਥੇ ਇੱਕ ਜਿਹੜਾ ਬ੍ਰਿਜ ਆ, ਪੁੱਲ ਆ, ਉਹ ਵੀ ਇਸ ਟਾਈਫੂਨ ਦੀ ਭੇਂਟ ਜਿਹੜਾ ਉਹ ਚੜ ਚੁੱਕਾ ਆ। ਵੈਦਰ ਏਜੰਸੀ ਨੇ ਦੱਸਿਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਹੜ੍ਹ ਤੇ ਜਿਹੜੇ ਲੈਂਡਸਲਾਈਡ ਆ ਉਹ ਆ ਸਕਦੇ ਆ। ਉੱਥੋਂ ਦੀ ਜਿਹੜੀ ਰਾਜਧਾਨੀ ਆ ਹਨੋਈ, ਜਿੱਥੇ 8.5 ਮਿਲੀਅਨ ਲੋਕ ਰਹਿੰਦੇ ਆ, ਉਹਨਾਂ ਨੂੰ ਵੀ ਇਸ ਤੇਜ਼ ਤਰਾਰ ਹਵਾਵਾਂ ਤੇ ਭਾਰੀ ਮੀਂਹ ਦਾ, ਟਾਈਫੂਨ ਦਾ ਜਿਹੜਾ ਉਹ ਸਾਹਮਣਾ ਕਰਨਾ ਪਵੇਗਾ। ਜੀ ਬਿਲਕੁਲ। ਸੋ ਆਪਾਂ ਸਾਡਾ ਪ੍ਰੋਗਰਾਮ ਦੀ ਸਮਾਪਤੀ ਹੈ ਤੇ ਜਾਂਦੇ ਜਾਂਦੇ ਜੋ ਆਉਣ ਵਾਲੇ ਪ੍ਰੋਗਰਾਮ ਆ ਅੱਜ ਦੇ ਉਹ ਦੱਸਦੇ ਜਾਈਏ। ਜੀ, ਅਗਲਾ ਪ੍ਰੋਗਰਾਮ ਆਊਗਾ ਜੀ, ਮੈਂ ਆਵਾਂਗਾ ਨਾਲ ਹਨੇਰੀਆਂ ਤੇ, ਫਿਰ 11:30 ਵਜੇ ਪ੍ਰੋਗਰਾਮ ਨਜ਼ਰੀਆ, 1 ਤੋਂ 2 ਕੁਝ ਗੱਲਾਂ ਕੁਝ ਗੀਤ, 2 ਤੋਂ 2:30 ਮਨਦੀਪ ਪੁਨੀਆ ਹੁਣਾਂ ਦੇ ਨਾਲ ਬਿਯੋਂਡ ਦਾ ਹੈਡਲਾਈਨ ਪ੍ਰੋਗਰਾਮ, ਤੇ ਫਿਰ 2:30 ਤੋਂ 3 ਵਜੇ ਰਿਸ਼ਤੇ ਪ੍ਰੋਗਰਾਮ, 3 ਤੋਂ 4 ਸਾਂਝੀ ਸਾਥਰੇ ਅੱਜ ਸੋਮਵਾਰ ਦੇ ਭਾਗ ਦੇ ਵਿੱਚ ਪੰਜਾਬੀ ਟੈਕ ਟਾਕ, ਟੈਕਨੋਲੋਜੀ ਦੇ ਨਾਲ ਗੱਲਬਾਤ ਜਿਹੜੀ ਆ ਉਹ ਕਰਾਂਗੇ। 4 ਤੋਂ ਲੈ ਕੇ 5:30 ਵਜੇ ਤੱਕ ਦੇਸੋ ਪ੍ਰਦੇਸ਼, 5:30 ਤੋਂ 6 ਵਜੇ ਦੇ ਵਿੱਚ ਅਪਡੇਟ ਕੈਲੀਫੋਰਨੀਆ, 6 ਤੋਂ 8 ਗੁਰਬਾਣੀ ਦੇ ਦੀਵਾਨ ਜਿਹੜੇ ਆ ਉਹ ਆਪਾਂ ਸਰਵਣ ਕਰਾਂਗੇ। 8 ਵਜੇ ਤੋਂ ਬਾਅਦ ਪ੍ਰੋਗਰਾਮ ਖਬਰ ਤੇ ਨਜ਼ਰ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਕਦੀ ਇਤਿਹਾਸ ਬੋਲਵੇ 10 ਵਜੇ ਤੱਕ ਚੱਲੇਗਾ। ਸੋ ਇਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਜੁੜੇ ਰਹੋ ਤੁਸੀਂ ਇਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਹੁਣ ਲਈ ਨੇ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।